ਉਹੀ ਕਾਰ ਜਾਰੀ ਰੱਖਿਆ। ਬੱਬਰ ਅਕਾਲੀ ਲਹਿਰ 'ਚ ਕੰਮ ਕੀਤਾ ਤੇ ਸ਼ਹੀਦ ਭਗਤ ਸਿੰਘ ਹੁਣਾਂ ਦੀ ਅਗਵਾਈ ਵਿੱਚ ਜਿਹੜੀ ਚੱਲ ਰਹੀ ਸੀ, ਚੰਦਰ ਸ਼ੇਖਰ ਆਜ਼ਾਦ ਹੁਣਾਂ ਦੀ ਅਗਵਾਈ 'ਚ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਉਹਦੇ 'ਚ ਕੰਮ ਕੀਤਾ ਤੇ 27-28 ਦੁਬਾਰਾ ਅਮਰੀਕਾ ਜਾ ਕੇ ਉੱਥੇ ਆਜ਼ਾਦ ਪਾਰਟੀ ਜੋ ਗਦਰ ਪਾਰਟੀ ਦੀ ਸਹਾਇਕ ਪਾਰਟੀ ਸੀ ਉਹ ਬਣਾਈ। ਸੋ ਇਸ ਤਰ੍ਹਾਂ ਜੂਝਣਾ ਜਾਰੀ ਰੱਖਿਆ। ਪਰ ਇੱਕ ਤੁਹਾਨੂੰ ਕਾਰਜ ਦੇ ਕੇ ਗਏ ਨੇ ਉਹ, ਉਹਨਾਂ ਦੇ ਸ਼ਬਦਾਂ 'ਚ, ਉਹਨਾਂ ਦੇ ਅੱਧੇ ਮਿੰਟ 'ਚ ਹੀ ਮੈਂ ਤੁਹਾਨੂੰ ਮਿੰਟ ਦੇ ਵਿੱਚ ਹੀ ਬਿਆਨ ਉਹ ਦੱਸੂਗਾ ਜੋ ਉਸ ਵੇਲੇ ਉਹਨਾਂ ਨੇ ਫੈਸਲੇ ਵੇਲੇ ਬਿਆਨ ਦਿੱਤਾ ਕੋਰਟ ਦੇ ਵਿੱਚ। ਜਦੋਂ ਸਜ਼ਾ ਸੁਣਾਈ ਜੱਜਾਂ ਨੇ, 12 ਮੈਂਬਰੀ ਜਿਊਰੀ ਸੀਗੀ ਤੇ ਐਟਕਿਨਸਨ ਜਿਹੜਾ ਸਭ ਨੂੰ ਵੱਡਾ ਜੱਜ ਚੇਅਰਮੈਨ ਅਗਵਾਈ ਕਰ ਰਿਹਾ ਸੀ ਐਟਕਿਨਸਨ, ਉਹਨੇ ਫੈਸਲਾ ਸੁਣਾਉਣਾ ਸੀ। ਊਧਮ ਸਿੰਘ ਨੇ ਕਿਹਾ, ਨੋਟ ਕਰੋ ਕੀ ਕਿਹਾ। ਊਧਮ ਸਿੰਘ ਕਹਿੰਦਾ, ਜਦੋਂ ਕਹਿੰਦਾ ਤੁਸੀਂ ਸਾਡੇ ਦੇਸ਼ ਆਉਣੇ ਹੋ, ਇਹ 150 ਸਾਲ ਤੋਂ ਤੁਹਾਡਾ ਕਾਰਾ ਜਾਰੀ ਆ, ਤੁਸੀਂ ਗੋਲੀਆਂ ਚਲਾਉਂਦੇ ਹੋ, ਸਾਨੂੰ ਫਾਂਸੀਆਂ ਲਾਉਂਦੇ ਹੋ, ਜਲਿਆਂਵਾਲੇ ਬਾਗ ਬਣਾਉਂਦੇ ਹੋ, ਹੋਰ ਮਾਰਸ਼ਲ ਲਾ ਲਾਉਂਦੇ ਹੋ, ਸਾਡੇ ਹਜ਼ਾਰਾਂ ਯੋਧਿਆਂ ਨੂੰ ਤੁਸੀਂ ਸ਼ਹੀਦ ਇਸ ਤਰ੍ਹਾਂ ਕੀਤਾ ਤੇ ਜ਼ੁਲਮ ਦਾ ਕੋਈ ਅੰਤ ਹੀ ਨਹੀਂ, ਲੱਖਾਂ ਲੋਕਾਂ ਤੇ ਜ਼ੁਲਮ ਕੀਤਾ। ਮੈਂ ਕੋਈ ਜਲਿਆਂਵਾਲੇ ਬਾਗ ਦਾ ਕੋਈ ਵਿਅਕਤੀਗਤ ਬਦਲਾ ਲੈਣ ਲਈ ਨਹੀਂ, ਮੈਂ ਉਹ ਸਾਰੇ ਸ਼ਹੀਦਾਂ ਦਾ ਜਿਹੜਾ ਹੈਗਾ ਖੂਨ ਡੁੱਲਿਆ ਉਹਦੇ ਤਰਫੋਂ ਦੱਸਣਾ ਚਾਹੁੰਦਾ ਵੀ ਪੰਜਾਬੀ ਕੌਮ, ਭਾਰਤੀ ਕੌਮ ਜਿਉਂਦੀ ਆ। ਉਹ ਜ਼ੁਲਮਾਂ ਦੀ ਸਜ਼ਾ ਸਾਮਰਾਜ ਨੂੰ ਦੇਣ ਦੀ ਖਾਤਰ ਸਾਮਰਾਜ ਦੇ ਇੱਕ ਪੁਰਜੇ ਨੂੰ ਚੁਣਿਆ। ਸੱਟ ਮੈਂ ਬਰਤਾਨਵੀ ਸਾਮਰਾਜ ਤੇ ਮਾਰ ਰਿਹਾ ਜਿਹਨੇ 150 ਸਾਲ ਸਾਨੂੰ ਲੁੱਟਿਆ। ਇਹ ਕਹਿੰਦਾ ਬਹੁਤਾ ਚਿਰ ਹੋਰ ਚੱਲ ਨਹੀਂ ਸਕੂਗਾ, ਅਸੀਂ ਹਰ ਹਾਲਤ ਆਜ਼ਾਦ ਹੋਵਾਂਗੇ, ਨਵਾਂ ਜਿਹੜਾ ਕੌਮੀ ਜਮਹੂਰੀ ਪ੍ਰਬੰਧ ਕਾਇਮ ਹੋਊਗਾ। ਇਹ ਗੱਲਾਂ ਉਹਨਾਂ ਨੇ ਕਿਹਾ ਵੀ ਤੁਸੀਂ ਸਰਕਾਰੀ ਦਹਿਸ਼ਤਗਰਦੀ ਕਰਦੇ ਹੋ। ਕਮਾਲ ਦੀ ਗੱਲ ਕਹੀ, ਤੁਸੀਂ ਸਰਕਾਰੀ ਦਹਿਸ਼ਤਗਰਦੀ ਕਰਦੇ ਹੋ, ਨਹੀਂ ਤਾਂ ਦਹਿਸ਼ਤਗਰਦੀ ਦਾ ਦੋਸ਼ ਹੁਣ ਤੱਕ ਲਹਿਰਾਂ ਤੇ ਲੱਗਦਾ ਸੀ। ਊਧਮ ਸਿੰਘ ਉਦੋਂ ਹੀ ਫੈਸਲਾ ਦੇ ਗਿਆ, ਤੁਸੀਂ ਸਰਕਾਰੀ ਦਹਿਸ਼ਤਗਰਦੀ ਕਰਦੇ ਹੋ, ਤੁਸੀਂ ਜਿਹੜੀ ਹੈਗੀ ਆ ਕੋਈ ਨਿਆਂ ਪਸੰਦ ਸਰਕਾਰ ਨਹੀਂ ਹੋ, ਸਰਕਾਰੀ ਦਹਿਸ਼ਤਗਰਦ ਹੋ। ਆਹ ਸ਼ਬਦ ਵਰਤਿਆ ਉਹਨੇ। ਮੰਨ ਲਓ ਕਮਾਲ ਕਰਤੀ ਊਧਮ ਸਿੰਘ ਦੀ ਸੂਝ ਕਿੰਨੀ ਜਿਹੜੀ ਉੱਚੀ ਸੀ। ਸੋ ਇਹ ਗੱਲ ਨੂੰ ਅਪਣਾਉਣ ਦੀ ਵੀਰੋ ਲੋੜ ਆ। ਉਹ ਕੱਲਾ ਗੋਰੇ ਨੂੰ ਕੱਢਣ ਲਈ ਨਹੀਂ ਲੜੇ, ਨਵਾਂ ਸੱਚਾ ਸੁੱਚਾ ਕੌਮੀ ਜਮਹੂਰੀ ਰਾਜ ਪ੍ਰਬੰਧ ਕਾਇਮ ਕਰਨ ਦੀ ਖਾਤਰ ਉਹਨਾਂ ਦੀ ਲੜਾਈ ਸੀ। ਉਸ ਤੋਂ ਅਗਲੀ ਗੱਲ ਵੀਰੋ, ਆ ਜੋ ਅੱਜ ਆਪਾਂ ਮੋਰਚਾ ਲੜ ਰਹੇ ਹਾਂ ਜਿਹੜਾ ਲਗਾਤਾਰ ਅੱਗੇ ਵੱਧ ਰਿਹਾ, ਇਸੇ ਦੌਰਾਨ ਹੀ ਮੋਦੀ ਦਾ ਇੱਕ ਜਸੂਸੀ ਕਾਂਡ ਸਾਹਮਣੇ ਆਇਆ ਜਿਹਦਾ ਅੱਜ ਦੇਸ਼ ਦੇ ਵਿੱਚ ਪੂਰਾ ਭੁਚਾਲ ਪਿਆ ਹੋਇਆ, ਪੂਰੀ ਗੂੰਜ ਆਵਾਜ਼ ਬੁਲੰਦ ਹੋ ਰਹੀ ਆ। ਵਿਰੋਧੀ ਪਾਰਟੀਆਂ ਆਪਦੇ ਹਿਸਾਬ ਨਾਲ ਲੜ ਰਹੀਆਂ ਨੇ, ਮੋਰਚਾ ਵੀ ਇਸ ਗੱਲ ਦੇ ਖਿਲਾਫ ਆ। ਕਿਸਾਨ ਆਗੂਆਂ ਦੀ ਵੀ ਜਸੂਸੀ ਹੋਈ ਆ, ਇੰਨਾ ਕੁ ਪਤਾ ਲੱਗ ਗਿਆ। ਬਾਕੀ ਆਉਣ ਵਾਲੀਆਂ ਇਨਕੁਆਰੀਆਂ ਦੱਸਣਗੀਆਂ, ਵੱਡੇ ਵੱਡੇ ਪੱਤਰਕਾਰਾਂ ਦੀਆਂ, ਵਿਰੋਧੀ ਪਾਰਟੀਆਂ ਦੇ ਆਗੂ, ਹੋਰ ਜਮਹੂਰੀ ਜਥੇਬੰਦੀਆਂ ਦੇ ਆਗੂ ਅਤੇ ਕਿਸਾਨ ਆਗੂਆਂ ਦੀ ਜਸੂਸੀ। ਇਹ ਹੁਣ ਕੋਈ ਆਮ ਫੋਨ ਸੁਣਨ ਵਾਲੀ ਗੱਲ ਨਹੀਂ ਵੀਰੋ। ਫੋਨ ਨੂੰ ਦੇਖਿਆ ਗਿਆ ਹੈਗਾ। ਬੰਦਾ ਜਦੋਂ ਸੌਂ ਰਿਹਾ, ਬੰਦਾ ਜਦੋਂ ਨਹਾ ਰਿਹਾ, ਉਹਨਾਂ ਹਾਲਤਾਂ 'ਚ ਬੜੇ ਬੇਸ਼ਰਮੀ ਭਰੇ ਢੰਗ ਦੇ ਨਾਲ ਬੰਦੇ ਨੂੰ ਦੇਖ ਜਸੂਸੀ ਕੀਤੀ ਜਾ ਰਹੀ ਆ। ਇਦੋਂ ਦੁਨੀਆ ਦੇ ਵਿੱਚ ਹੋਰ ਕੋਈ ਗੰਦੀ ਜਿਹੜੀ ਹਕੂਮਤ ਨਹੀਂ ਹੋ ਸਕਦੀ ਜੋ ਇਹਨੇ ਕਾਰਾ ਕੀਤਾ। ਐਡੀ ਕਮੀਨੀ, ਐਡੀ ਘਟੀਆ ਗੱਲ, ਔਰ ਇਹਨਾਂ ਦੇਸ਼ ਦੇ ਲੋਕਾਂ ਦੀ ਸੁਰੱਖਿਆ ਦੇ ਵਿੱਚ ਸੰਨ ਲਾਇਆ ਹੈਗਾ। ਘਰਾਂ ਦੇ ਵਿੱਚ ਇਕੱਲੇ ਇਕੱਲੇ ਚਾਵੜੀ ਬੰਦਿਆਂ ਦੇ ਪ੍ਰਾਈਵੇਟ ਨਿੱਜਤਾ ਦੇ ਅਧਿਕਾਰ ਦਖਲ ਦਿੱਤਾ ਜਿਹੜਾ ਕਿ ਸਾਡਾ ਬੁਨਿਆਦੀ ਹੱਕ ਆ। ਆਹ ਕਾਰਾ ਮੋਦੀ ਨੇ ਕੀਤਾ। ਆਪਾਂ ਵੀ ਕਹਿੰਦੇ ਆ ਪਗਾਸਾ ਜਿਹੜਾ ਕਾਂਡ ਆ ਇਹਦੀ ਡੂੰਘੀ ਜਾਂਚ ਹੋਣੀ ਚਾਹੀਦੀ ਆ, ਪਰ ਮੋਦੀ ਇਸ ਨੂੰ ਮੰਨਣ ਲਈ ਅਜੇ ਤਿਆਰ ਨਹੀਂ। ਤਿੰਨੇ ਸਵਾਲ ਪੁੱਛੇ ਜਾ ਰਹੇ। ਨੰਬਰ 1, ਕੀ ਪਗਾਸਸ ਨਾਂ ਦਾ ਜਸੂਸੀ ਵਾਲਾ ਹਥਿਆਰ ਖਰੀਦਿਆ ਜਾਂ ਨਹੀਂ? ਹਾਂ ਜਾਂ ਨਾ ਜਵਾਬ ਦੇ ਨਹੀਂ ਦੇ ਰਿਹਾ। ਉਸ ਤੋਂ ਜੇ ਖਰੀਦਿਆ ਤਾਂ ਉਹ ਪੈਸਾ ਕਿੱਥੋਂ ਆਇਆ? ਤੇ ਉਸ ਤੋਂ ਅੱਗੇ ਵੱਧ ਕੇ ਬਹੁਤ ਵੱਡੇ ਵੀਰੋ ਕਾਫਲੇ ਆ ਰਹੇ ਆ, ਆਪਾਂ ਦਾ ਸਵਾਗਤ ਕਰਦੇ ਆ। ਬੋਲੇ ਸੋ ਨਿਹਾਲ। ਸੋ ਕਿਸਾਨ ਕਾਫਲਿਆਂ ਨੂੰ ਜੀ ਐ ਕਹਿੰਦੇ ਆ, ਉਹਨਾਂ ਨੂੰ ਆਪਣੀ ਜਗ੍ਹਾ ਲੈਣ ਲਈ ਬੇਨਤੀ ਕਰਦੇ ਆ। ਵੀਰੋ ਉਸ ਤੋਂ ਅੱਗੇ ਵਧਦੇ ਹੋਏ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਬਾਰੇ ਤੁਹਾਨੂੰ ਪਤਾ ਹੀ ਆ। ਇੱਧਰੋਂ ਆਪਾਂ ਖੇਤਾਂ 'ਚ ਬਣਨੋਂ ਕਾਰਪੋਰੇਟਾਂ ਨੂੰ ਡੱਕਣ ਲੱਗੇ ਹੋਏ ਆ, ਉਧਰੋਂ ਤੇਲ ਦੇ ਖੇਤਰ ਦੇ ਵਿੱਚੋਂ ਕਾਰਪੋਰੇਟਾਂ ਤੇਜ਼ੀ ਨਾਲ ਅੱਗੇ ਵਧ ਰਹੀਆਂ ਨੇ। ਮਤ ਸਮਝਿਓ ਇਹ ਜਿਹੜੀਆਂ ਕੰਪਨੀਆਂ ਸਰਕਾਰੀ ਨੇ, ਇਹਨਾਂ ਦੇ ਵੱਡੇ ਹਿੱਸੇ ਵਿਕ ਚੁੱਕੇ ਨੇ 74% ਤੋਂ ਲੈ ਕੇ 100% ਤੱਕ। ਫੱਟਾ ਲੱਗਿਆ ਹੋਇਆ ਇੰਡੀਅਨ ਆਇਲ, ਫੱਟਾ ਲੱਗਿਆ ਹੋਇਆ ਭਾਰਤ ਪੈਟਰੋਲੀਅਮ, ਫੱਟਾ ਲੱਗਿਆ ਹੋਇਆ ਮਤਲਬ ਜਿਹੜਾ ਹੈਗਾ ਹਿੰਦੁਸਤਾਨ ਪੈਟਰੋਲੀਅਮ। ਪਰ ਇਹਨਾਂ ਦੇ 74% ਤੋਂ ਲੈ ਕੇ 100% ਤੱਕ ਸ਼ੇਅਰ ਵਿਕ ਚੁੱਕੇ ਨੇ ਵੀ ਕਾਰਪੋਰੇਟਾਂ ਆ ਗਈਆਂ। ਔਰ ਖੂਨਬੀਰੀਆਂ ਮੋਦੀ ਨੇ 7 ਸਾਲਾਂ 'ਚ
14 ਲੱਖ ਕਰੋੜ ਰੁਪਈਆ ਨਜਾਇਜ਼ ਟੈਕਸਾਂ ਰਾਹੀਂ, ਜਿਹਦੀ ਵਾਜਬੀਅਤ ਬਿਲਕੁਲ ਨਹੀਂ, ਜਿਹਦੇ 'ਚੋਂ ਸੈਂਟਰ ਦਾ ਬੈਟ ਆ, ਸਟੇਟਾਂ ਦਾ ਬੈਟ ਆ, ਐਕਸਾਈਜ਼ ਆ, ਐਡੀਸ਼ਨਲ ਐਕਸਾਈਜ਼ ਆ, ਗਊ ਸੈਸ ਆ, ਐਜੂਕੇਸ਼ਨ ਸੈਸ ਆ, ਇੰਨੇ ਨਜਾਇਜ਼ ਟੈਕਸ ਲਾਏ ਨੇ। ਅਸਲ ਰੇਟ ਜਿਹੜਾ ਹੈਗਾ ਉਹ ਪੈਟਰੋਲ ਦਾ ਅੱਜ 40 ਰੁਪਈਏ ਆ ਅਤੇ 36 ਰੁਪਈਏ ਡੀਜ਼ਲ ਦਾ। ਬਾਕੀ ਸੈਂਟਰ ਨੇ 42 ਰੁਪਈਏ ਸੈਂਟਰ ਨੇ ਪੈਟਰੋਲ 'ਤੇ ਟੈਕਸ ਲਾਇਆ ਹੋਇਆ, ਅਤੇ ਮਤਲਬ 38 ਰੁਪਈਏ ਡੀਜ਼ਲ 'ਤੇ। ਇਸੇ ਤਰ੍ਹਾਂ ਹੀ ਸਟੇਟਾਂ ਨੇ, ਪੰਜਾਬ ਨੇ ਖਾਸ ਕਰਕੇ 20 ਰੁਪਈਏ ਉਹ ਪੈਟਰੋਲ 'ਤੇ, 18 ਰੁਪਏ ਸੈਂਟਰ ਦੇ, ਜਾਣੀ 180% ਟੈਕਸ। ਵੀਰੋ ਪੂਰੀ ਦੁਨੀਆ ਜਿਹਦੇ ਨਾਲ ਦੀ ਧਾਰ ਨਹੀਂ ਮਿਲਦੀ। 180% ਜਿਹੜਾ ਟੈਕਸ ਆ, 100 ਵਾਲੀ ਚੀਜ਼ 180 ਜੋੜੋ 280 ਦੀ, ਇਹ ਲਾਇਆ ਹੋਇਆ ਸੈਂਟਰ ਨੇ। ਔਰ 81% ਪੰਜਾਬ ਨੇ ਲਾਇਆ, 261% ਕੁੱਲ ਟੈਕਸ ਹੈਗਾ। 100 ਵਾਲੀ ਚੀਜ਼ 361 ਨੂੰ ਬਿਲਕੁਲ ਧੱਕਾ, ਜ਼ੁਲਮ ਹੈਗਾ। ਇਸ 'ਤੇ ਜ਼ੋਰਦਾਰ ਮੋਰਚੇ ਨੇ ਪਹਿਲਾਂ 8 ਤਰੀਕ ਨੂੰ ਲਗਾਤਾਰ ਹੜਤਾਲ ਆਪਾਂ ਕੀਤੀ, 8 ਨੂੰ ਪੂਰੇ ਦੇਸ਼ 'ਚ ਆਵਾਜ਼ ਬੁਲੰਦ ਕੀਤੀ, ਇਸੇ ਨੂੰ ਸਮਰਪਿਤ ਕੀਤਾ ਡੀਜ਼ਲ ਤੇ ਪੈਟਰੋਲ ਨੂੰ ਉਹ ਦਿਨ। ਪਰ ਬੇਨਤੀ ਕਰਾਂਗੇ, ਲੜਾਈ ਨੂੰ ਅੱਗੇ ਤੋਰਨ ਦੀ ਲੋੜ ਆ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਨੂੰ ਕੱਟ ਲਵਾਉਣ ਲਈ। ਔਰ ਮੈਂ ਇੱਕ ਬੇਨਤੀ ਛੋਟੀ ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਕਰਦਾ, ਜਿਹੜੀ ਮੋਰਚੇ ਦੀ 8ਵੀਂ ਸਪੋਰਟਰ ਆ, ਲਗਾਤਾਰ ਚੌਂਕੀਵਾਨ ਟੋਲ ਪਲਾਜ਼ਾ ਵਿਖੇ ਲੁਧਿਆਣਾ ਫਿਰੋਜ਼ਪੁਰ ਰੋਡ ਤੇ 7 ਜ਼ਿਲ੍ਹਿਆਂ ਨੂੰ ਉਹਨਾਂ ਵੱਲੋਂ ਲੰਗਰ ਛਕਾਇਆ ਜਾ ਰਿਹਾ। ਅੱਗੇ ਮੈਂ ਜ਼ਿਕਰ ਕਰਦਾ, ਪਰ ਨਵੀਂ ਗੱਲ, ਜਦੋਂ ਸਿੱਧੂ ਦੇ ਕਾਫਲੇ ਗਏ ਕਿ ਨਾ 23 ਤਰੀਕ ਨੂੰ ਸਹੁੰ ਖਾਣ ਲਈ, ਉਹਨਾਂ ਨੂੰ ਉੱਥੇ ਆਪਣੇ ਯੋਧੇ ਵੀਰਾਂ ਨੇ ਤੇ ਭੈਣਾਂ ਨੇ ਘੇਰ ਕੇ ਪੁੱਛਿਆ ਵੀ ਕੀ ਸ਼ਹੀਦਾਂ ਦਾ ਹੁਣ ਸੁਪਨਾ ਪੂਰਾ ਹੋ ਗਿਆ? ਕੀ ਬੇਅਦਬੀ ਦਾ ਜਿਹੜਾ ਹੈਗਾ ਉਹ ਮਸਲਾ ਹੱਲ ਹੋ ਗਿਆ? ਕੀ ਕਿਸਾਨ ਦੀਆਂ ਮੰਗਾਂ ਮੰਨੀਆਂ ਗਈਆਂ? ਕਾਲੇ ਕਾਨੂੰਨ ਰੱਦ ਹੋ ਗਏ ਤੇ ਬਾਕੀ 8 ਮੰਗਾਂ ਹੱਲ ਹੋ ਗਈਆਂ। ਔਰ ਸਾਰਿਆਂ ਦੀਆਂ ਨੀਵੀਆਂ ਪੈ ਗਈਆਂ ਵੱਡੀ ਪੱਧਰ 'ਤੇ। ਕੱਲੀ ਬੱਸ ਨੂੰ, ਗੱਡੀ ਨੂੰ ਘੇਰ ਕੇ ਯੋਧੇ ਪੁੱਛਦੇ ਰਹੇ। ਇਹ ਕੀਤਾ ਦਸ਼ਮੇਸ਼ ਕਿਸਾਨ ਯੂਨੀਅਨ ਨੇ, ਉਹਨਾਂ ਦਾ ਮੈਂ ਬੁਲੰਦ ਕਰਦਾ ਉਹਨਾਂ ਨੂੰ ਸ਼ਾਬਾਸ਼। ਉਹਨਾਂ ਨੇ ਸਵਾਲ ਪੁੱਛਣਾ, ਮੋਰਚੇ ਦੀ ਸਮਝ ਆ। ਪ੍ਰੋਗਰਾਮ ਖੰਡਾਉਣੇ ਭਾਜਪਾ ਦੇ ਆਪਣਾ ਪ੍ਰੋਗਰਾਮ ਆ, ਪਰ ਬਾਕੀਆਂ ਤੋਂ ਸਵਾਲ ਪੁੱਛਣੇ ਮੋਰਚੇ ਦਾ ਹੱਕ ਆ, ਔਰ ਪੁੱਛ ਰਹੇ ਨੇ। ਸੋ ਆਖਰੀ ਗੱਲ ਵੀਰੋ, ਵੋਟ ਜਿਹਨੂੰ ਮਰਜ਼ੀ ਪਾ ਲਿਓ। ਕਈ ਸਾਡੇ ਵੀਰ ਹੋਰ ਪਾਸੇ ਨੂੰ ਗੱਲ ਜਾਂਦੇ ਨੇ, ਨਵਾਂ ਝੱਗਾ ਪਾ ਕੇ, ਨਵੇਂ ਕੱਪੜੇ ਪਾ ਕੇ ਵੋਟ ਪਾ ਲਿਓ। ਜਦੋਂ ਅਗਲੇ ਦਿਨ ਉੱਠੋਗੇ ਕਿ ਨਾ, ਲੁੱਟਣ ਤੇ ਕੁੱਟਣ ਵਾਲਾ ਥਾਣੇਦਾਰ ਵੀ ਉਹੀ ਹੋਊਗਾ, ਮਾਲ ਮਹਿਕਮਾ ਉਹੀ ਹੋਊਗਾ, ਬਿਜਲੀ ਮਹਿਕਮੇ ਦੀ ਅਫਸਰਸ਼ਾਹੀ ਉਹੀ ਹੋਊਗੀ, 84 ਦੇ 84 ਮਹਿਕਮਾ ਰਿਸ਼ਵਤਖੋਰੀ ਚੱਲੂਗਾ, ਜਥੇਬੰਦੀਆਂ ਬਚਾਉਣਗੀਆਂ। ਆਹੀ ਰਾਹ ਜਾਂਦਾ ਮੁਕਤੀ ਵੱਲ ਨੂੰ। ਰੱਖਾ ਉੱਠ ਖੜਿਓ, ਆਉਣ ਵਾਲੇ ਸਮੇਂ 'ਚ ਕਰੋੜਾਂ ਦੀ ਲੋੜ ਆ। ਬਾਬਾ ਜੀ ਬੰਦਾ ਸਿੰਘ ਬਹਾਦਰ ਵਾਲਾ ਰਾਜ ਉਸੇ ਤਰ੍ਹਾਂ ਹੀ ਆਉਣਾ ਜਿਵੇਂ ਲਿਆਂਦਾ ਸੀ ਉਹਨਾਂ ਨੇ। ਜਿਵੇਂ ਗੁਰੂ ਗੋਬਿੰਦ ਸਿੰਘ ਨੇ 14 ਲੜਾਈਆਂ ਲੜੀਆਂ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨੇ 4 ਲੜਾਈਆਂ ਲੜੀਆਂ, ਜਿਵੇਂ ਬੱਬਰ ਅਕਾਲੀ ਲਹਿਰ ਨੇ ਲੜਿਆ, ਜਿਵੇਂ ਕਿਰਤੀ ਪਾਰਟੀ ਲੜੇ, ਜਿਵੇਂ ਊਧਮ ਸਿੰਘ ਵਰਗੇ ਯੋਧੇ ਲੜੇ, ਜਿਵੇਂ ਸ਼ਹੀਦ ਭਗਤ, ਉਸੇ ਤਰ੍ਹਾਂ ਹੀ ਰਾਜ ਹੋਣਾ। ਐਵੇਂ ਰਾਜ ਨਹੀਂ ਆਉਣਾ। ਉਹਨਾਂ ਨੇ ਰਾਜ ਪ੍ਰਬੰਧ ਬਦਲ ਨੂੰ ਕਹਿ ਕੇ ਗਏ ਨੇ, ਸਰਕਾਰ ਨੂੰ ਜੇ ਬਦਲਣੀਆਂ ਬਦਲਿਓ, ਅਸੀਂ ਕਿਸੇ ਨੂੰ ਰੋਕਣਾ ਨਹੀਂ। ਅਸੀਂ ਵੋਟ ਪਾਉਣ ਤੋਂ ਹੀ ਰੋਕਣਾ, ਸਰਕਾਰ ਬਦਲ ਤੋਂ ਨਹੀਂ। ਪਰ ਇਹ ਗੱਲ ਜ਼ਰੂਰ ਕਹਾਂਗੇ ਵੀ ਸ਼ਹੀਦਾਂ ਦੇ ਸੁਪਨਿਆਂ ਨੂੰ ਸਮਝੋ, ਇਹ ਲੁਟੇਰੇ ਪ੍ਰਬੰਧ ਨੂੰ ਬਦਲਣ ਵੱਲ ਨੂੰ ਚੱਲਿਓ। ਹਰ ਹਾਲ ਜਿੱਤਾਂਗੇ, 3 ਕਾਲੇ ਕਾਨੂੰਨ ਖਤਮ ਹੋਣਗੇ। ਤੇ ਇਹਨਾਂ ਸ਼ਬਦਾਂ ਨਾਲ ਮੈਂ ਸਮਾਪਤੀ ਕਰਦਾ। ਸੈਕਟਰੀ ਸਾਹਿਬ ਖੜੇ ਹੋ ਗਏ ਨੇ। ਬੋਲੇ ਸੋ ਨਿਹਾਲ। ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ, ਸੰਯੁਕਤ ਕਿਸਾਨ ਮੋਰਚਾ ਭਾਰਤ ਦਿੱਲੀ ਜਿੰਦਾਬਾਦ। ਮੋਦੀ ਦੇ 3 ਕਾਲੇ ਕਾਨੂੰਨ ਨਹੀਂ ਚੱਲਣਗੇ। ਡੀਜ਼ਲ ਪੈਟਰੋਲ ਦੀਆਂ ਅੰਨੀਆਂ ਕੀਮਤਾਂ ਵਾਪਸ ਲਓ। ਧੰਨਵਾਦ ਜੀ। ਜਸਦੇਵ ਸਿੰਘ ਜੀ ਹੁਣਾਂ ਨੇ ਬੜੀ ਭਾਵਪੂਰਤ ਤਕਰੀਰ ਕੀਤੀ ਆ। ਨਵਾਂ ਕਾਫਲਾ, ਪਹਿਲਾ ਕਾਫਲਾ ਫਿਰ ਸ਼ਾਮਲ ਹੋਇਆ। ਕਾਫਲੇ ਰੂਪ ਵਿੱਚ ਸਾਥੀ ਆਏ, ਇਹਨਾਂ ਨੂੰ ਜੀ ਆਇਆਂ ਕਹਿਣ ਲਈ, ਤੇ ਮੋਰਚੇ 'ਚ ਇੱਕ ਸੰਯੁਕਤ ਮੋਰਚੇ ਵੱਲੋਂ ਇਹਨਾਂ ਨੂੰ ਜੀ ਆਇਆਂ ਕਹਿਣ ਲਈ ਆਓ ਆਪਾਂ ਨਾਅਰਿਆਂ ਦੇ ਨਾਲ ਆਵਾਜ਼ ਬੁਲੰਦ ਕਰੀਏ। ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ, ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਕੱਲ ਹਰਿਆਣੇ ਵਾਲੇ ਸਾਥੀਆਂ ਕੋਲ 2 ਨਾਅਰੇ ਨਵੇਂ ਮਿਲੇ, ਸ਼ਾਇਦ ਮੇਰੇ ਲਈ ਨਵੇਂ ਹੋਣ, ਤੁਹਾਡੇ ਲਈ ਪੁਰਾਣੇ ਹੋਣ। ਉਹ ਨਾਅਰਾ ਸੀ, ਅਭੀ ਤੋਂ ਲੀ ਅੰਗੜਾਈ ਹੈ, आगे और लड़ाई है। जब तक दुखी किसान रहेगा, धरती पर घमसान रहेगा, धरती पर तूफान रहेगा। अपनी स्टेज 71 की भूमिका ਨੂੰ ਬੰਦ ਕਰਨ ਤੋਂ ਪਹਿਲਾਂ ਮੈਂ ਕਹਿਣਾ ਚਾਹੂੰਗਾ ਇਹਨਾਂ ਭੈਣਾਂ ਨੂੰ ਕਿ ਅੰਦੋਲਨ ਨੇ ਭੈਣਾਂ ਨੂੰ ਚੌਂਕੇ ਚੁੱਲ੍ਹੇ 'ਚੋਂ ਬਾਹਰ ਕੱਢ ਕੇ ਇਹ ਅੰਦੋਲਨ ਦੇ ਵਿੱਚ ਲੈ ਕੇ ਆਂਦਾ। ਤੇ ਜਦੋਂ ਸਾਡੀਆਂ ਭੈਣਾਂ ਧੀਆਂ ਅੰਦੋਲਨ ਦੇ ਵਿੱਚ ਆ ਗਈਆਂ ਤੇ ਸਮਝ ਲਓ ਪੂਰੇ ਦੇ ਪੂਰੇ ਲੋਕ, ਪੂਰੇ ਦੇ ਪੂਰੇ ਟੱਬਰ, ਪੂਰੇ ਦੇ ਪੂਰੇ ਬੱਚੇ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋ ਜਾਣਗੇ। ਇਹ ਅੰਦੋਲਨ ਹਰ ਹਾਲਤ ਦੇ ਵਿੱਚ ਅਸੀਂ ਜਿੱਤਾਂਗੇ। ਸਾਨੂੰ ਸਟੇਜ ਦੇ ਉੱਤੇ ਜਿਹੜੀ ਸਹਾਇਤਾ ਭੇਜੀ ਗਈ ਆ ਸੰਯੁਕਤ ਕਿਸਾਨ ਮੋਰਚੇ ਨੂੰ, ਗ੍ਰਾਮ ਪੰਚਾਇਤ ਪਿੰਡ ਬਹਿਣਾ ਬਲੰਗ, ਜ਼ਿਲ੍ਹਾ ਫਤਿਹਗੜ੍ਹ ਸਾਹਿਬ 1000 ਰੁਪਈਆ, ਗੁਪਤ ਦਾਨ 100 ਰੁਪਈਆ। ਇਹਨਾਂ ਸਾਰੇ ਸੱਜਣਾਂ ਦਾ ਧੰਨਵਾਦ। ਤੇ ਬੇਨਤੀ ਕਰੂੰਗਾ ਮੈਂ ਸਾਥੀ ਬਲਜਿੰਦਰ ਸਿੰਘ
ਉਹ ਸਟੇਜ ਤੇ ਆਉਣਗੇ ਤੇ ਅਗਲੇ ਸਮੇਂ ਦੀ ਸਟੇਜ ਕਟਰ ਦੀ ਭੂਮਿਕਾ ਜਿਹੜੀ ਆ ਉਹ ਨਿਭਾਉਣਗੇ ਸਾਥੀ ਬਲਜਿੰਦਰ ਜੀ। बोलते हैं माया बोलती है। वाहिगुरू जी का खालसा वाहिगुरू जी की फतेह। एक तो सब तो पहला मैं बेनती करांगा ਜਿਹੜੀਆਂ ਸੰਗਤਾਂ ਪੰਡਾਲ 'ਚ ਸੁੱਤੀਆਂ ਪਈਆਂ ਨੇ ਵੀ ਉੱਠ ਕੇ ਬੈਠਣ ਦੀ ਕਿਰਪਾਲਤਾ ਕਰੋ, ਕਿਉਂਕਿ 24 ਘੰਟਿਆਂ ਦੇ ਵਿੱਚ 4 ਘੰਟੇ ਸਿਰਫ ਸਟੇਟ ਚੱਲਦੀ ਹੈ। 20 ਘੰਟੇ ਆਪਾਂ ਸੌਣਾ ਹੀ ਹੈ ਪੰਡਾਲਾਂ 'ਚ, ਟਰਾਲੀਆਂ 'ਚ, ਤੰਬੂਆਂ 'ਚ, ਜਿੱਥੇ ਵੀ ਰਹਿਣ ਬਸੇਰਾ। ਬਸ 4 ਘੰਟੇ ਤੁਸੀਂ ਬੈਠ ਕੇ ਸੁਣਨਾ ਆ, ਕਿਉਂਕਿ ਜਦੋਂ ਫੋਟੋ ਖਿੱਚੀ ਜਾਂਦੀ ਹੈ ਪੰਡਾਲ ਦੀ ਤੇ ਫਿਰ ਚੰਗੇ ਜੇ ਨਹੀਂ ਲੱਗੇਦਾ। ਜਦੋਂ ਸਾਡੇ ਠੀਕ ਹੈ ਵਡੇਰੀਆਂ ਉਮਰਾਂ, ਇਹ ਨਹੀਂ ਇੰਨਾ ਚਿਰ ਬੈਠਾ ਜਾਂਦਾ, ਤੁਹਾਡਾ ਸਮਝਦੇ ਆਪਾਂ, ਸਤਿਕਾਰ ਕਰਦੇ ਹਾਂ, ਪਰ ਫਿਰ ਵੀ ਯਤਨ ਕਰਿਆ ਕਰੋ ਵੀ ਜਿੰਨਾ ਕੁ ਚਿਰ ਇੱਥੇ ਆਪਾਂ ਹਾਜ਼ਰੀ ਭਰੀਏ ਤੇ ਚੁਸਤੀ ਫੁਰਤੀ ਦੇ ਨਾਲ ਬੈਠ ਕੇ, ਕਿਉਂਕਿ ਬੁਲਾਰੇ ਬੋਲਦੇ ਨੇ, ਉਹਨਾਂ ਦੇ ਵਿਚਾਰ ਜ਼ਰੂਰ ਸੁਣੀਏ। ਇਸ ਵਾਸਤੇ ਮਾਫੀ ਮੰਗਦੇ ਹਾਂ। ਠੀਕ ਹੈ, ਤੁਹਾਡੀਆਂ ਵਡੇਰੀਆਂ ਉਮਰਾਂ ਨੇ, ਸਤਿਕਾਰਯੋਗ ਜੇ ਤੁਸੀਂ ਵੀ ਬਹੁਤ ਵੱਡਾ ਤੁਸੀਂ ਸੰਯੋਗ ਦੇ ਰਹੇ ਜੇ, ਪੰਡਾਲ ਦੇ ਵਿੱਚ ਬੈਠਦੇ ਜੇ, ਹਾਜ਼ਰੀ ਭਰਦੇ ਜੇ, ਸਿਰ ਝੁਕਦਾ ਹੈ ਤੁਹਾਡੇ ਅੱਗੇ, ਪਰ ਹੌਸਲਾ ਜਿਹਾ ਕਰਿਆ ਕਰੋ ਵੀ 4 ਘੰਟੇ ਜਿਹੜੇ ਨੇ ਉਹ ਆਪਾਂ ਬੈਠ ਕੇ ਪੰਡਾਲ ਦੇ ਵਿੱਚ ਜ਼ਰੂਰ ਸੁਣਿਆ ਕਰੀਏ ਬੁਲਾਰਿਆਂ ਨੂੰ। ਤੇ ਹੁਣ ਮੈਂ ਅਗਲਾ ਬੁਲਾਰਾ ਹੈ ਜੋ ਬੇਨਤੀ ਕਰਾਂਗਾ, ਬਲਬੀਰ ਸਿੰਘ ਜੀ, ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਕੁੱਲ ਹਿੰਦ ਕਿਸਾਨ ਸਭਾ, ਉਹ ਮੈਕ ਤੇ ਆਉਣ ਜੀ, ਸਰਦਾਰ ਬਲਬੀਰ ਸਿੰਘ ਜੀ। ਅਗਲੇ ਹੈਗੇ ਜੇ ਸਿਬਮ ਬਰੇਲੀ ਤੋਂ ਜੇ, ਉਹ ਵੀ ਤਿਆਰ ਹਨ ਜੀ, ਸਿਬਮ ਬਰੇਲੀ ਤੋਂ। ਕੱਲ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਸੀ, ਜਿੱਥੇ ਅਸੀਂ ਦੇਸ਼ ਦੀ ਆਜ਼ਾਦੀ ਲਈ ਜਿਹੜੇ ਸਾਥੀ ਸ਼ਹੀਦ ਹੋਏ ਉਹਨਾਂ ਨੂੰ ਪ੍ਰਣਾਮ ਕਰਦੇ ਹਾਂ। ਉੱਥੇ ਅਸੀਂ ਇਸ ਅੰਦੋਲਨ ਦੇ ਵਿੱਚ ਜਿਹੜੇ ਸ਼ਹੀਦ ਹੋਏ ਨੇ ਸਾਡੀ ਸਾਥੀ, ਉਹਨਾਂ ਨੂੰ ਵੀ ਅਸੀਂ ਪ੍ਰਣਾਮ ਕਰਦੇ ਹਾਂ। ਸਟੇਜ ਤੇ ਬੈਠੇ ਲੀਡਰ ਸਾਹਿਬਾਨ, ਮੇਰੀਆਂ ਬਹੁਤ ਹੀ ਸਤਿਕਾਰਯੋਗ ਭੈਣਾਂ ਤੇ ਭਰਾਓ, ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਟੇਜ ਵੱਲੋਂ ਹੁਕਮ ਹੈ ਵੀ ਕਾਲੇ ਕਾਨੂੰਨਾਂ ਦਾ ਹੀ ਬੋਲਿਆ ਜਾਏ, ਪਰ ਮੈਂ ਥੋੜ੍ਹਾ ਜਿਹਾ ਹਟ ਕੇ ਗੱਲ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਵੀ ਇਹ ਕਾਲੇ ਕਾਨੂੰਨ ਬਣਾਉਣ ਵਾਲਾ ਆਇਆ ਕਿਸ ਤਰ੍ਹਾਂ। ਜਦੋਂ 2014 ਦਾ ਇਲੈਕਸ਼ਨ ਹੋਇਆ, ਇਹਨੇ ਭਰਾਓ ਵਾਅਦੇ ਬੜੇ ਬੜੇ ਵੱਡੇ ਕੀਤੇ ਭਈ ਮੈਂ ਬਾਹਰੋਂ ਜਿੰਨਾ ਕਾਲਾ ਧਨ ਹੈ ਉਹ ਆਪਣੇ ਦੇਸ਼ 'ਚ ਲਿਆਵਾਂਗਾ ਤੇ 15-15 ਲੱਖ ਰੁਪਈਆ ਹਰ ਖਾਤੇ ਦੇ ਵਿੱਚ ਜਮ੍ਹਾਂ ਹੋਏਗਾ। ਲੋਕਾਂ ਆਪਣੇ ਖਾਤੇ ਖੁਲਾ ਲਏ। 2 ਕਰੋੜ ਬੇਰੁਜ਼ਗਾਰਾਂ ਨੂੰ ਮੈਂ ਨੌਕਰੀਆਂ ਦਿਆਂਗਾ ਤੇ ਸਵਾਮੀਨਾਥਨ ਦੀ ਰਿਪੋਰਟ ਨੂੰ ਮੈਂ ਲਾਗੂ ਕਰਾਂਗਾ। ਇਹ ਭਰਾਓ 3 ਵਾਅਦੇ ਇਹਨੇ ਕਰਕੇ ਤੇ ਸਾਡੇ ਕੋਲੋਂ ਵੋਟਾਂ ਲੈ ਲਈਆਂ, ਆਹਾਂ ਨੂੰ ਵੋਟਾਂ ਪਾਤੀਆਂ। ਕਿਉਂ? ਅਸੀਂ ਵੀ ਲਾਲਚ 'ਚ ਆ ਗਏ ਤੇ ਜਿਹੜੀ ਗੱਲ ਅਸੀਂ ਲੜਨ ਡਏ ਆ, ਸਵਾਮੀਨਾਥਨ ਦੀ ਰਿਪੋਰਟ ਅਸੀਂ ਲਾਗੂ ਕਰਾਉਣੀ ਹੈ, ਕਿਸਾਨ ਜਥੇਬੰਦੀਆਂ ਨੇ ਵੀ ਇਹੋ ਹੀ ਕਰ ਦੇਗਾ। ਉਸ ਝਾਂਸੇ 'ਚ ਆ ਕੇ ਅਸੀਂ ਉਹਨੂੰ ਵੋਟਾਂ ਦੇ ਦਿੱਤੀਆਂ। ਜਦੋਂ ਮੁੜ ਕੇ ਪੁੱਛਿਆ ਗਿਆ ਵੀ 15-15 ਲੱਖ ਰੁਪਈਆ ਆਇਆ ਨਹੀਂ ਖਾਤਿਆਂ ਦੇ ਵਿੱਚ, ਤੇ ਉਹ ਕਹਿਣ ਲੱਗਾ ਤੇ ਇਹ ਤੇ ਚੁਣਾਵੀ ਜੁਮਲਾ ਹੀ, ਇਹ ਵੋਟਾਂ ਲੈਣ ਦਾ। ਨਾ ਕਿਸੇ ਨੂੰ ਨੌਕਰੀ ਮਿਲੀ। ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਨ ਤੋਂ ਇਹ ਸਰਕਾਰ ਮੁੱਕਰ ਗਈ, ਇਹ ਸਰਕਾਰ ਭੱਜ ਗਈ। ਫਿਰ ਹੀ 2019 ਦਾ ਇਲੈਕਸ਼ਨ ਆਇਆ, ਉਦੋਂ ਅਸੀਂ ਸੋਚੀਏ ਵੀ ਇਹਨੇ ਕੰਮ ਤੇ ਕੋਈ ਵਾਅਦਾ ਤੇ ਪੂਰਾ ਕੀਤਾ ਨਹੀਂ, ਤੇ ਐਰਕਾਂ ਦਾ ਇਲੈਕਸ਼ਨ ਤੇ ਹਾਰਿਆ ਹੀ ਸਮਝੋ। ਉਹਨੇ ਇਹੋ ਜਿਹੀ ਚਾਲ ਚੱਲੀ, ਪੁਲਵਾਮਾ 'ਚ ਕਾਂਡ ਕਰਵਾਤਾ, ਸਾਡੇ 40 ਜਵਾਨ ਸ਼ਹੀਦ ਕਰਵਾਤੇ, ਸਾਰੇ ਮੁਲਕ ਦਾ ਧਿਆਨ ਉਧਰ ਹੋ ਗਿਆ। ਜਦੋਂ ਖੁਫੀਆ ਏਜੰਸੀਆਂ ਨੇ ਇਹ ਗੱਲ ਕਹੀ ਵੀ ਇਹ ਜਿਹੜੀ ਆਰਮੀ ਹੈ, ਜਿਹੜੀ ਫੋਰਸ ਹੈ, ਬਾਈ ਰੋਡ ਨਾ ਭੇਜੀ ਜਾਏ, ਇਹ ਬਾਈ 에ਅਰ ਭੇਜੀ ਜਾਏ, ਕਿਉਂਕਿ ਇੱਥੇ ਹਮਲਾ ਹੋਣ ਦਾ ਖਤਰਾ ਹੈ। ਖੁਫੀਆ ਏਜੰਸੀਆਂ ਦੀ ਇੱਕ ਨਹੀਂ ਮੰਨੀ, ਇਹਨੇ 40 ਜਵਾਨ ਸ਼ਹੀਦ ਕਰਵਾਤੇ। ਜਿਹੜਾ ਦੇਸ਼ ਦੀ ਸੈਨਾ ਦਾ ਨਹੀਂ ਬਣਿਆ, ਉਹ ਲੋਕਾਂ ਦਾ ਕੀ ਬਣੇਗਾ? ਜਿਸ ਸੈਨਾ ਦੇ ਆਸਰੇ ਅਸੀਂ ਨਿਡਰ ਹੋ ਕੇ ਆਪਣੇ ਘਰਾਂ 'ਚ ਗੂੜੀ ਨੀਂਦੇ ਸੌਂਦੇ ਹਾਂ, ਇਹ ਉਹਨਾਂ ਦਾ ਨਹੀਂ ਬਣਿਆ। ਉਦੋਂ ਬਾਅਦ ਵਿੱਚ ਇਹਨੇ ਇੱਕ ਹੋਰ ਸ਼ੋਸ਼ਾ ਛੱਡ ਦਿੱਤਾ ਵੀ ਮੈਂ ਬਾਲਾਕੋਟ 'ਚ ਪਾਕਿਸਤਾਨ ਦੇ ਵਿੱਚ ਸਰਜੀਕਲ ਸਟਰਾਈਕ ਕਰਵਾ ਕੇ ਮੈਂ ਇੰਨੇ ਅੱਤਵਾਦੀ ਦੇ ਅੱਡੇ ਤਬਾਹ ਕਰਤੇ ਨੇ। ਬਿਲਕੁਲ ਝੂਠ, ਕੋਈ ਅੱਡਾ ਕੋਈ ਤਬਾਹ ਨਹੀਂ ਹੋਇਆ। ਹੋਰ ਇਹਨੇ ਗੱਲ ਕਰ ਲਈ
ਇੱਥੇ ਗੰਨਾ ਗਰੋਵਰ ਵੀ ਬੈਠੇ ਹੋਣਗੇ ਜਿਹੜਾ ਗੰਨਾ ਪੈਦਾ ਕਰਦੇ ਨੇ। ਜਦੋਂ ਅਸੀਂ ਗੰਨੇ ਦੀ ਪਰਚੀ ਸੁੱਟਨੇ ਆ ਨਾ ਤੇ ਫਿਰ ਉਹਦੀ ਪੇਮੈਂਟ ਆਉਂਦੀ ਆ ਸਾਡੇ ਬੈਂਕ ਦੇ ਵਿੱਚ। ਮੈਂ ਆਪਣੀ ਪੇਮੈਂਟ ਲੈਣ ਗਿਆ ਤੇ ਉੱਥੇ ਇੱਕ ਮੇਰੇ ਵਰਗਾ ਹੀ ਕਿਸਾਨ ਆਇਆ, ਉਹਨੂੰ ਪੁੱਛਦਾ ਕੈਸ਼ੀਅਰ ਨੂੰ ਵੀ ਚੈੱਕ ਕਰ ਮੇਰੇ ਪੈਸੇ ਆਏ ਨੇ ਕਿ ਨਹੀਂ ਆਏ। ਉਹ ਕਹਿੰਦੀ ਆ ਭਰਾ ਤੇਰੀ ਪਰਚੀ ਕਿਹੜੇ ਤਰੀਕ ਦੀ ਆ? ਕਹਿੰਦਾ ਪਰਚੀ ਦੇ ਪੈਸਿਆਂ ਨੂੰ ਮੈਂ ਕੀ ਕਹਿਣਾ। ਮੈਂ ਕਹਿੰਦਾ ਮੋਦੀ ਵਾਲੀ ਪੈਨਸ਼ਨ ਮੇਰੀ ਆਈ ਆ ਕਿ ਨਹੀਂ ਆਈ। ਉਹ ਮੈਂ ਘਰ ਆ ਕੇ ਫਿਰ ਗੱਲ ਕੀਤੀ ਆਪਣੇ ਘਰ 'ਚ, ਮੈਂ ਕਿਹਾ ਮੋਦੀ ਫਿਰ ਲੈ ਗਿਆ ਜੇ ਵੋਟਾਂ ਕਿਉਂ। ਉਹ 500 ਰੁਪਈਏ 'ਚ ਫਿਰ ਵੋਟਾਂ ਲੈ ਗਏ। ਫਿਰ ਪੂਰੇ ਬਹੁਮਤ ਨਾਲ ਜਿੱਤ ਗਿਆ। ਫਿਰ ਮਨਮਾਨੀ ਉਹਨੇ ਕੀਤੀ। ਮਨਮਾਨੀ ਕੀ ਕੀਤੀ ਵੀ ਜਿਹੜਾ ਇਹ ਕਾਲੇ ਕਾਨੂੰਨ ਖੇਤੀ ਦੇ ਲਿਆਂਦੇ, ਇਹ ਕਰੋਨਾ ਦੀ ਆੜ ਦੇ ਵਿੱਚ ਲਿਆਂਦੇ। ਕਰੋਨਾ ਨਾਲ ਲੋਕੀ ਸਹਿਮੇ ਪਏ ਹਨ, ਲੋਕੀ ਅੰਦਰ ਹੀ ਵੜੇ ਹਨ। ਲੋੜ ਤੋਂ ਵੱਧ ਡਰਾ ਪਾ ਕੇ ਇਹਨੇ ਲੋਕਾਂ ਨੂੰ ਅੰਦਰ ਹੀ ਵੜ ਕੇ ਤੇ ਇਹ ਕਾਨੂੰਨ ਪਾਸ ਕੀਤੇ। ਲੋਕ ਸਭਾ 'ਚ ਇਹਨੇ ਪਾਸ ਕਰਵਾ ਲਏ, ਰਾਜ ਸਭਾ 'ਚ ਬਿਲਕੁਲ ਪਾਸ ਨਹੀਂ ਬਹੁਮਤ ਨਾਲ ਹੋਏ। ਇਹਨਾਂ ਉਤਰਾ ਹੀ ਪਾਸ ਕਰਕੇ ਰਾਸ਼ਟਰਪਤੀ ਦੇ ਸਾਈਨ ਕਰਾ ਕੇ ਇਹ ਖੇਤੀ ਕਾਨੂੰਨ ਜਿਹੜੇ ਨੇ ਲਾਗੂ ਕਰ ਦਿੱਤੇ। ਇਹ ਭਰਾ ਲੜਾਈ ਸਾਡੀ ਜਿਹੜੀ ਹੈ ਕੋਈ 8 ਮਹੀਨੇ 8.5 ਮਹੀਨੇ ਦੀ ਨਹੀਂ। ਮੈਨੂੰ ਯਾਦ ਆ ਵੀ 1 ਅਕਤੂਬਰ ਨੂੰ ਕਿਸਾਨ ਜਥੇਬੰਦੀਆਂ ਸਾਰੀਆਂ ਜਿਹੜੀਆਂ ਹਨ ਉਹ ਰੇਲਵੇ ਟਰੈਕਾਂ ਤੇ ਬਹਿ ਕੇ ਉਹਨਾਂ ਰੇਲਾਂ ਜਾਮ ਕਰ ਦਿੱਤੀਆਂ ਹਨ। ਇਹ ਲੜਾਈ 11ਵੇਂ ਮਹੀਨੇ ਚਲੀ ਗਈ ਹੈ ਲਗਾਤਾਰ। ਇਹ ਲਗਾਤਾਰ ਚੱਲਦੀ ਰਹੇਗੀ ਜਿੰਨਾ ਚਿਰ ਇਹ ਕਾਲੇ ਕਾਨੂੰਨ ਇਹ ਰੱਦ ਨਹੀਂ ਹੁੰਦੇ। ਅਸੀਂ ਇਹ ਦਿੱਲੀ ਛੱਡ ਕੇ ਆਪਣੇ ਘਰ ਵਾਪਸੀ ਕਦੀ ਨਹੀਂ ਕਰਾਂਗੇ। ਇਹਨਾਂ ਸ਼ਬਦਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਜੀ ਬਲਵੀਰ ਸਿੰਘ ਜੀ, ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਕੁੱਲ ਹਿੰਦ ਕਿਸਾਨ ਸਭਾ। ਹੁਣ ਮੈਂ ਬੇਨਤੀ ਕਰਾਂਗਾ ਸਿਬਮ ਜੋ ਬਰੇਲੀ ਤੋਂ ਨੇ, ਜਥੇਬੰਦੀ ਭੂਮੀ ਜੋਤਕ ਖੇਤੀਹਾਰ ਕਾਸ਼ਤਕਾਰ ਸਮੂਹ, ਉਹ ਆਪਣੇ ਵਿਚਾਰ ਰੱਖਣਗੇ। ਉਹਨਾਂ ਤੋਂ ਬਾਅਦ ਹਰਪ੍ਰੀਤ ਸਿੰਘ ਜੀ ਬਲਾਕ ਪ੍ਰਧਾਨ ਰਾਜਪੁਰਾ, ਬੀਕੇ ਜੂ ਸਿੱਧੂਪੁਰ, ਉਹ ਵੀ ਤਿਆਰ ਹਨ ਜੀ। जगह जगह से आए हुए समस्त वैचारिक क्रांति में हमारे प्रेमी भाई बहन एवं नौजवान साथियों, बच्चों बच्चियों, सबको जय गुरुदेव। और भूम ज्योतक खतियार काशकार संगठन की सब लोग बोलेंगे हाथ उठा के, अब तो विजय की ओर चल रहा है। जय और विजय चला, विजय हम ये शंका नहीं रखेंगे कि हमारी विजय नहीं हुई है, अब तो हमारी विजय हो चुकी, इसलिए नारा बन गया भूम ज्योतक खतियार काशकार संगठन की। सब कोई हाथ उठा के बोलेंगे भूम ज्योतक खतियार काशकार संगठन की। देश धर्म को बचाना है, हिजड़ों का राज हटाना है। अभी हमारे भाई साहब बोले पुलवामा में हमला करा के, और उसके पहले उसने गुजरात में भी तो हमला किया। आप लोगों ने समझा नहीं उसको छल को। हम लोगों ने 87 से समझाते रहे ये 80% काशकार जग जाओ जग जाओ, लोगों ने एक भी नहीं सुनी। ये 80% काश्तकारों का राज तिलक देवलखा गांव बहराइच में 10 सितंबर 1987 को राज तिलक हो चुका था। तब से लोगों ने समझाया जग जाओ, ये सरकारें आपके ऊपर अत्याचार से अत्याचार कर रही हैं, लेकिन हम जगे नहीं। लेकिन समय होता है, जब महाभारत हुआ तो समय आया, सीता का बहाना बना, तो वहां पे किसको राज तिलक हुआ था? कुंभकर्ण को। उनको क्या? कुंभकर्ण को। तो इसी तरह आपको द्वापर में श्री कृष्ण ने पांडवों को 5 लोग को लेकर महाभारत कराया, और अब की बार इन 80% वैचारिक क्रांतियों को लेकर बहुत बड़ा परिवर्तन होगा। देश की व्यवस्था बदलेगी और देश खुशहाल होगा। आप लोगों को लगे रहना है। समय आ गया है, वो घड़ी आ गई है जिसका हमें इंतजार था। अरे वो द्वापर में भीष्म पितामह ने कसम खाई थी कि हम एक दिन में 10,000 को मारेंगे, उससे तो उससे भी आगे ये निकल गया। ये एक दिन में लाखों आदमी मार रहा है, लेकिन हम फिर भी सोए बैठे हैं। मेरे भाई बहनों, हमें आपको जागने की जरूरत है। ये जन जागरण है, वैचारिक क्रांति है। जगह जगह लोगों को बताओ और फैलाओ, और एक ऐसा इतिहास बने हम राजा और हम ही राज करें। कई लोग पूछते हैं और कौन है? अरे हम जब 80% लोग राजा हैं तो हम किसको ढूंढने जाएं? इसी में कोई राजा बनेगा।
इसलिए मेरे प्यारे भाई बहनों, ये जो आपके भारत में कानून चल रहा है, ये भारत का अंबेडकर का कानून नहीं है। अंबेडकर बेचारे तो लिखने नहीं पाए, वो देश की जो अपने आप गुलाम करते थे, क्या कहते थे, अंग्रेज, उसका कानून चल रहा है। अंग्रेज की वो विक्टोरिया रानी जो थी, उन्होंने अब भारत में कानून बनाया। अंबेडकर बेचारे तो छुप के लिखना चाहते थे लेकिन नहीं लिख पाए। उसी का कानून, उसी की व्यवस्था चल रही है। अब वो समय आ गया बदलने का, और वो समय बदल कर एक इतिहास लिखा जाएगा। आपका द्वापर, त्रेता और महात्मा गांधी का सारा इतिहास छूट जाएगा। जो इतिहास आप बनाने जा रहे हो मेरे प्यारे भाई बहनों, नौजवान साथियों, जो आपके यहाँ शहीद हुए हैं, आप उनको सम्मान दोगे, उनकी व्यवस्था आप लोग करोगे आगे आने वाले समय में। क्योंकि समय तो ज्यादा है नहीं, बातें तो बहुत हैं बताने को, लेकिन समय ज्यादा है नहीं। एक चीज और कहूंगा कि आप लोग ये ध्यान रखो, आगे चुनाव आ रहे हैं, लोग पूछते हैं किसको वोट दोगे, तो आपको कहना है जो आचार संहिता का पालन करेगा। आचार संहिता में इतने नियम कानून हैं, अभी हम लोग पढ़े लिखे नहीं है। सबसे पहले तो उसका इस्तीफा कबूल किया जाएगा। जो भी लड़ेगा भाई इस्तीफा पहले, और तब हम जाके आपको वोट। तो आचार संहिता में बहुत सारी चीजें मैं यहाँ नहीं कह पाऊंगा, आप लोग उसको निकाल के खुद देखिएगा, समय आएगा तो बताया जाएगा आपको कि क्या है आचार संहिता में। तो उसके नियम से हम लोग को चलना है। और हम एक बात और कुछ कहने जा रहे थे, आचार संहिता में तो बहुत चीज़ें हैं, उसमें शाकाहारी भी रहना है, नशा युक्त रहना है, ये सब जो छोड़ेगा वही तो हमारा आपका हितैषी होगा, उसी को तो हम चुनेंगे आगे। तो हमें आपको हर तरह से ध्यान देना है, चौकन्ना रहना है, धोखा नहीं खाना है। महात्मा गांधी के साथ तो धोखा हो गया, राम राज नहीं आया, लेकिन अब की बार धोखा नहीं खाना है। ये बहुत बड़े छलिया हैं, रावण से भी ज़्यादा, दुर्योधन से भी ज्यादा, और क्या कहा जाए अंग्रेजों से भी ज्यादा। इतने बड़े छलिया मायावी हैं, इनसे तो बहुत बड़े सावधानी के साथ आगे लड़ाई लड़नी है। अभी लोग तरह तरह के बता रहे, इसलिए हम ज्यादा कुछ नहीं कहेंगे। 5 मिनट समय मिलता तो उसमें क्या क्या बता दिया जाए। कभी अगर फुर्सत में समय मिले, आराम से मिले, तो बहुत सारी बातें होगी, इसलिए ज्यादा कुछ नहीं कहेंगे। 2-4 नारे लगाएंगे, इसके बाद हम भी बूम ज्योतक खतियार कास्कार संगठन की सबको ही बोलेंगे, क्योंकि हम मंच में आए तभी तो हमारी विजय होगी, शर्म की कोई बात नहीं। बूम ज्योतक खतियार कास्कार संगठन की, बूम ज्योतक खतियार कास्कार संगठन की। देश धर्म को बचाना है, देश धर्म को बचाना है, राज हटाना है, देश धर्म को बचाना है। राज हटाना। एक छोटी बात और, आप लोग कहते हो कि हिजड़ों का राज कैसे, इसका भी बता देता हूँ। वैसे बताया भी था लेकिन फिर भी बताता हूँ। ये जब राम को वनवास मिला था तो पूरे अयोध्या वासी उनको छोड़ने गए थे, तो राम ने क्या कहा कि नर नारी वापस चले जाओ। ये जो हिजड़े थे इनको तो कहा ही नहीं, वो वहीं बैठ के तपस्या करने लगे, यानी कि वहीं बैठ के इंतजार ही करने लगे जब आएंगे तब। राम ने जब लंका जीत के वापस आया तो देखा ये बेचारे यहीं बैठे हैं। बोले, राम से पूछे आप क्यों नहीं गए? राम ने पूछा तो बोले, भगवान आपने कहा नर नारी चले जाओ, मैं ना नर हूँ ना नारी हूँ, तो मैं आपकी प्रतीक्षा में यहाँ बैठा था। तो कहें ठीक है, आपको कलयुग में राज मिलेगा। वही आज कलयुग में राज कर रहे हैं, कौन? हिजड़े। अब हैं तो इंसान में उस समय हिजड़े थे, वही हमारे आप के ऊपर अत्याचार कर रहे हैं। इसलिए हम कहते हैं कि देश धर्म को बचाना है तो हिजड़ों का राज हटाना है। जय गुरुदेव। बहुत बहुत ਧੰਨਵਾਦ ਸਿੰਬਮ ਬਰੇਲੀ ਤੋਂ ਜੀ, ਜਿਨ੍ਹਾਂ ਆਪਣੇ ਵਿਚਾਰ ਰੱਖੇ ਨੇ। ਧੰਨਵਾਦ ਕਰਦੇ ਹਾਂ ਜੋ ਕਰਨਾਟਕਾ ਤੋਂ ਸਾਡੇ ਕਿਸਾਨ ਵੀਰ ਆਏ ਨੇ ਇੱਥੇ ਇੱਕ ਜਥਾ ਲੈ ਕੇ। ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿਸਾਨ ਸੰਯੁਕਤ ਮੋਰਚੇ ਵੱਲੋਂ ਜੀ ਆਇਆਂ ਨੂੰ। ਬੇਨਤੀ ਕਰਾਂਗੇ ਇਹਨਾਂ ਦੇ ਆਗੂ ਨੂੰ ਸਟੇਜ ਦੇ ਉੱਤੇ ਆਣ ਕੇ ਬੈਠਣ ਦੀ ਕਿਰਪਾਲਤਾ ਕਰੋ ਜੀ। ਤੇ ਬਹੁਤ ਧੰਨਵਾਦ ਹੈ ਜਸਵੰਤ ਸਿੰਘ ਜੀ ਪਿੰਡ ਪਨੋਰਾ ਜ਼ਿਲ੍ਹਾ ਲੁਧਿਆਣਾ ਤੋਂ 1000 ਰੁਪਏ ਦਾ ਯੋਗਦਾਨ ਦਿੱਤਾ ਹੈ। ਬਲਵੀਰ ਸਿੰਘ ਪਿੰਡ ਚਮਟਾ ਜ਼ਿਲ੍ਹਾ ਲੁਧਿਆਣਾ ਤੋਂ 2000 ਸਹਾਇਤਾ ਦਿੱਤੀ ਹੈ ਕਿਸਾਨ ਯੁਕਤ ਮੋਰਚੇ ਨੂੰ। ਤਹਿ ਦਿਲੋਂ ਧੰਨਵਾਦ ਕਰਦੇ ਹਨ ਦਾਨੀ ਸੱਜਣਾਂ ਦਾ।
ਤੇ ਹੁਣ ਮੈਂ ਬੇਨਤੀ ਕਰਾਂਗਾ ਹਰਪ੍ਰੀਤ ਸਿੰਘ ਜੀ ਬਲਾਕ ਪ੍ਰਧਾਨ ਰਾਜਪੁਰਾ ਏਕਤਾ ਸਿੱਧੂਪੁਰ, ਉਹ ਮੈਕ ਤੇ ਉਹਨਾਂ ਤੋਂ ਬਾਅਦ ਸਾਰਜ ਸਿੰਘ ਤਰਨਤਾਰਨ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ, ਉਹ ਆਪਣੇ ਵਿਚਾਰ ਰੱਖਣਗੇ ਜੀ। ਹੁਣ ਹਰਪ੍ਰੀਤ ਸਿੰਘ ਜੀ ਬਲਾਕ ਪ੍ਰਧਾਨ ਰਾਜਪੁਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ 2-3 ਨਾਅਰੇ ਲਵਾਵਾਂਗਾ, ਸਾਰਿਆਂ ਨੂੰ ਜ਼ੋਰ ਸ਼ੋਰ ਨਾਲ ਆਵਾਜ਼ ਬੁਲੰਦ ਕਰਨੀ ਹੈ। ਮੋਦੀ ਸਰਕਾਰ, ਮੋਦੀ ਸਰਕਾਰ, ਸੰਯੁਕਤ ਮੋਰਚਾ, ਸੰਯੁਕਤ ਮੋਰਚਾ, ਸ਼ਹੀਦੋ ਤੁਹਾਡੀ ਸੋਚ ਤੇ, ਸ਼ਹੀਦੋ ਤੁਹਾਡੀ ਸੋਚ ਤੇ, ਸ਼ਹੀਦ ਊਧਮ ਸਿੰਘ ਤੇਰੀ ਸੋਚ ਤੇ। ਆਪਾਂ ਨੇ ਹੁਣ ਇੱਕ ਨਾਰਾ ਲਾਇਆ, ਸ਼ਹੀਦ ਊਧਮ ਸਿੰਘ ਤੇਰੀ ਸੋਚ ਤੇ ਪੈਰਾ ਦਾਂਗੇ ਠੋਕ ਕੇ। ਪਰ ਆਪਣੇ ਚ ਪਿੰਡਾਂ 'ਚ ਕੁਝ ਅਜਿਹੇ ਲੋਕ ਹੈ ਜਿਹੜੇ ਹੁਣ ਤੱਕ ਪੈਰਾ ਨਹੀਂ ਦੇ ਰਹੇ, ਕਿਉਂਕਿ ਉਹ ਕਦੇ ਇੱਕ दारू ਦੀ ਬੋਤਲ ਤੇ ਵਿਕ ਕੇ, ਕੱਲ ਪਰਸੋਂ ਇੱਕ ਵੀਡੀਓ ਵਾਇਰਲ ਹੋਈ ਹੈ, ਕੁਝ ਬੰਦੇ ਪਿੰਡਾਂ 'ਚੋਂ ਨਵਜੋਤ ਸਿੰਘ ਸਿੱਧੂ ਦੀ ਰੈਲੀ ਤੇ ਜਾਂਦੇ ਆ ਤੇ ਰਸਤੇ 'ਚ ਆਂਦੇ ਹੋਏ दारू 'ਚ ਵਿਕ ਕੇ ਜਾਂਦੇ ਆ ਤੇ दारू ਦੀ ਬੋਤਲਾਂ ਫੜਦੇ ਆ। ਇਹ ਉਹਨਾਂ ਦੀ ਸੋਚ ਤੇ ਪੈ ਰਹੀ, ਕਿਉਂਕਿ दारू ਦੀ ਬੋਤਲ ਤੇ ਹੀ ਵਿਕਣ ਵਾਲੇ ਲੋਕ, ਫਿਰ ਆਪਾਂ ਇਹ ਅੰਦੋਲਨ ਜਿੱਤਣਾ। ਜੇ ਅਜਿਹੇ ਲੋਕ ਵੀ ਆਪਣੇ 'ਚ दारू ਦੀ ਬੋਤਲਾਂ ਪਿੱਛੇ ਰੈਲੀਆਂ 'ਚ ਜਾਣ ਲੱਗ ਗਏ, ਉਹਨਾਂ ਦੀ ਕੋਈ ਜ਼ਮੀਰ ਮਰ ਚੁੱਕੀ ਆ ਉਹਨਾਂ ਲੋਕਾਂ ਦੀ, ਜਿਹੜੇ दारूਆਂ ਦੇ ਪਿੱਛੇ ਉੱਥੇ ਰੈਲੀਆਂ 'ਤੇ ਜਾਂਦੇ ਆ। ਅੰਦੋਲਨ ਆਪਾਂ ਤਾਂ ਆਪਣੀ ਜਵਾਨੀ, ਆਪਣੀ ਪੀੜ੍ਹੀ ਨੂੰ ਬਚਾਉਣ ਵਾਸਤੇ ਅੰਦੋਲਨ ਲੜ ਰਹੇ ਆ, ਪਰ ਹੁਣ ਲੋਕਾਂ ਨੂੰ ਉਹਨਾਂ दारूਆਂ ਦੀ ਬੋਤਲਾਂ ਦਿਖਦੀਆਂ। ਤੇ ਉਸ ਤੋਂ ਬਾਅਦ ਆਪਣੇ ਇਸ ਅੰਦੋਲਨ ਨੇ ਸਰਕਾਰ ਨੂੰ ਹਿਲਾ ਚੁੱਕੀ ਹੈ, ਬੁਲਾ ਚੁੱਕੀ ਹੈ ਸਰਕਾਰ। ਹੁਣ ਨਵੇਂ ਤੋਂ ਨਵੇਂ ਹੱਥ ਪਲੰਗੇ ਮਾਰ ਰਹੀ ਹੈ ਸਰਕਾਰ, ਨਵੇਂ ਤੋਂ ਨਵੇਂ ਏਜੰਸੀਆਂ ਦੇ ਬੰਦੇ ਭੇਜ ਰਹੇ ਹੈ। ਤੇ ਇੱਥੇ ਰਾਤ ਵੀ ਸਰਕਾਰ ਬਗਲਾਈ ਹੋਈ ਸਰਕਾਰ ਨੇ 2-4 ਬਾਹਰ ਤੋਂ ਬੰਦੇ ਭੇਜੇ ਆ, ਜਿਹੜੇ ਕਿ ਰਾਤ ਫੜੇ ਗਏ ਆ। ਯੂਪੀ 'ਚ ਜਿਹੜੀ 5 ਤਰੀਕ ਨੂੰ ਸੰਯੁਕਤ ਮੋਰਚੇ ਦੀ ਬਹੁਤ ਵੱਡੀ ਮਹਾ ਪੰਚਾਇਤ ਹੋਣ ਜਾ ਰਹੀ ਹੈ, ਸਰਕਾਰ ਉਸ ਤੋਂ ਬਾਹਰ ਚੁੱਕੀ ਹੈ, ਕਿਉਂਕਿ ਯੂਪੀ ਦਾ ਯੋਗੀ ਕਦੇ ਕੁਝ ਬਿਆਨ ਦੇ ਰਿਹਾ ਤੇ ਕਦੇ ਕੁਝ। ਇਸ ਕਰਕੇ ਆਪਣੀ ਜਿੱਤ ਹੋ ਚੁੱਕੀ ਹੈ, ਜਿੱਤ ਆਪਣੀ ਬਿਲਕੁਲ ਨੇੜੇ ਹੈ। ਇਹ ਨਾ ਸੋਚੋ ਕਿ ਇੰਨਾ ਲੰਬਾ ਅੰਦੋਲਨ ਹੋ ਗਿਆ, ਜਿੰਨਾ ਲੰਬਾ ਅੰਦੋਲਨ ਚੱਲ ਰਿਹਾ ਉਨੀ ਹੀ ਸਰਕਾਰ ਦੀਆਂ ਜੜਾਂ 'ਚੋਂ ਮਿੱਟੀ ਨਿਕਲ ਰਹੀ ਹੈ। ਹੁਣ ਤਾਂ ਜੜ ਨੂੰ ਵੀ ਘਨਸੂਆ ਲੱਗ ਗਿਆ, ਉਹ ਤਾਂ ਬਸ ਖਤਮ ਹੋਣ ਵਾਲੀ ਹੈ। ਮੋਦੀ ਸਰਕਾਰ ਦੇ ਦਿਨ ਆ ਗਏ ਨੇੜੇ। ਹੁਣ ਇਹ ਬੰਦੇ ਦੇਖੋ ਆਪਣੇ ਜੇ ਇੱਕ ਬੰਦਾ ਮਰਦਾ ਹੋਵੇ ਉਹਨੂੰ ਬਚਣ ਵਾਸਤੇ ਬਹੁਤ ਕੁਝ ਕਰਦਾ ਹੈ। ਮੋਦੀ ਬਿਲਕੁਲ ਮਾਰ ਚੁੱਕਿਆ, ਉਹ ਨਵੇਂ ਤੋਂ ਨਵੇਂ ਹੱਥ ਕਰਨ ਦੇ ਇੱਥੇ ਅਜਮਾ ਰਿਹਾ, ਕਦੇ ਕੁਝ ਕਰਾ ਰਿਹਾ। ਸਾਡੇ ਟੈਂਟਾਂ ਨੂੰ ਅੱਗ ਲਵਾਈ ਜਾ ਰਹੀ ਹੈ, ਉਹ ਕਿਉਂਕਿ ਆਪਣੇ ਆਪ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ। ਇਹਨਾਂ ਤੋਂ ਬਚੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਟੇਜ ਤੇ ਬੈਠੇ ਸੰਯੁਕਤ ਮੋਰਚੇ ਦੇ ਲੀਡਰ ਸਾਹਿਬਾਨ, ਪੰਡਾਲ 'ਚ ਬੈਠੇ ਮੇਰੇ ਕਿਸਾਨ ਭਰਾਓ, ਬੀਬੀਓ ਤੇ ਬੱਚਿਓ, ਤੇ ਕਰਨਾਟਕਾ ਤੋਂ ਆਏ ਹੋਏ ਕਿਸਾਨ ਭਰਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਭਾਰਤੀ ਕਿਸਾਨ ਮੰਚ ਸ਼ਾਦੀਪੁਰ ਵੱਲੋਂ ਸਟੇਜ ਦਾ ਸੰਚਾਲਨ ਕੀਤਾ ਜਾਣਾ ਹੈ। ਦਾਸ ਦਾ ਨਾਮ ਬਖਤਾਵਰ ਸਿੰਘ ਹੈ। ਮੈਂ ਬੇਨਤੀ ਕਰਾਂਗਾ ਸਾਰੇ ਬੁਲਾਰਿਆਂ ਨੂੰ ਭਈ ਉਹ ਟਾਈਮ ਸਿਰ ਆਪਣੀ ਜਿਹੜੀ ਸਪੀਚ ਆ ਉਹਨੂੰ ਸੰਕੋਚਨ ਦੀ ਕਿਰਪਾ ਕਰਨ। ਮੈਂ ਬੇਨਤੀ ਕਰਦਾ ਹੈ ਤੇ ਲਾਗੇ ਜੀ ਨਹੀਂ ਬਣੀ ਗੱਲ। ਸਾਰੇ ਸਿੰਘ ਜੀ ਤਰਨਤਾਰਨ ਤੋਂ ਉਹ ਆਪਣੇ ਵਿਚਾਰ ਰੱਖਣਗੇ। ਉਹਨਾਂ ਤੋਂ ਬਾਅਦ ਮਨਜੀਤ ਰਾਜ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਕ੍ਰਾਂਤੀਕਾਰੀ। ਆਜੋ ਭਾਈ 2 ਮਿੰਟ ਦਾ ਹਿਸਾਬ। ਵਾਹਿਗੁਰੂ, ਮੈਂ ਅੱਜ 2 ਮਿੰਟ ਵਾਸਤੇ ਹੀ ਆਇਆ। ਪਰਮ ਸਤਿਕਾਰਯੋਗ ਸਟੇਜ ਤੇ ਬੈਠੇ ਆਗੂ ਸਾਹਿਬਾਨ, ਪੰਡਾਲ ਵਿੱਚ ਬੈਠੇ ਹੋਏ ਰੱਬ ਰੂਹੀ ਮੂੰਹ ਸਾਧ ਸੰਗਤ ਜੀਓ, ਦਾਸ ਦੀ ਆਪਣੀ ਹਾਜ਼ਰੀ ਲਵਾਇਓ ਗੁਰੂ ਚਰਨਾਂ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜਾ ਤਕੜਾ ਸੰਘਰਸ਼ ਹੈ ਤੁਹਾਡਾ ਜੋਧਿਓ। 8 ਮਹੀਨੇ 8 ਦਿਨ ਉੱਤੇ ਬੀਤ ਗਿਆ। ਠੰਡ ਵੀ ਆਪਣੇ ਉੱਪਰ ਦੀ ਲੰਘਾਈ ਹੈ ਤੇ ਗਰਮੀ ਵੀ ਤੇ ਬਰਸਾਤ ਦੇ ਵਿੱਚ ਵੀ ਡਟ ਕੇ ਬੈਠੇ ਹੋ। ਇਹ ਇੱਕ ਵੱਖਰਾ ਇਤਿਹਾਸ ਹੈ ਤੇ ਤੁਹਾਡਾ ਵੱਖਰਾ ਇਤਿਹਾਸ ਹੈ, ਸੁਨਹਿਰੀ ਪੰਨਿਆਂ 'ਚ ਲਿਖਿਆ ਜਾਣਾ ਹੈ। ਆ ਜਿਹੜੀ ਸੰਸਦ
ਤੁਸੀਂ ਚਲਾਈ ਹੈ, ਵਰਲਡ ਵਿੱਚ ਸ਼ਾਇਦ ਹੀ ਕਿਸੇ ਨੇ ਚਲਾਈ ਹੋਵੇ। ਇਹ ਪਹਿਲੀ ਸੰਸਦ ਆ ਜਿਹੜੀ ਤੁਹਾਡੀ ਕਿਸਾਨਾਂ ਦੀ ਅੱਜ ਬਾਹਰ ਕੱਲਿਆਂ ਦੀ ਸੰਸਦ ਲੱਗਦੀ ਆ। ਅੱਜ ਮੈਂ ਟਾਈਮ ਨਹੀਂ ਲਾਉਣਾ ਕਿਉਂਕਿ ਟਾਈਮ ਦੀ ਘਾਟ ਵੀ ਆ। ਇੱਥੇ ਸਿੰਘੂ ਬਾਰਡਰ ਤੇ ਮੇਰੇ ਸਨਮਾਨਯੋਗ ਚਾਚਾ ਜੀ ਸਰਦਾਰ ਮਹਾਵੀਰ ਸਿੰਘ ਜੀ, ਮੈਨੂੰ ਹੁਣ ਪਤਾ ਲੱਗਾ ਸਟੇਜ ਤੇ ਬੈਠੇ ਨੇ। ਮੈਂ ਇਹਨਾਂ ਨੂੰ ਕਹਿ ਦੇਣਾ ਸੀ, ਮੇਰਾ ਭਰਾ ਹੈ ਉਹ ਬਾਸਰ ਕੇ ਵਿਆਹਿਆ, ਉਹਨਾਂ ਦੇ ਸਹੁਰਾ ਸਾਹਿਬ ਜਿਨ੍ਹਾਂ ਨੇ ਲਗਾਤਾਰ 68 ਦਿਨ ਇਸ ਸੰਘਰਸ਼ ਵਿੱਚ ਹਿੱਸਾ ਪਾਇਆ। 26 ਨਵੰਬਰ ਤੋਂ ਲੈ ਕੇ ਉਹ ਫਰਵਰੀ ਤੱਕ ਇੱਥੇ ਰਹੇ। 26 ਨਵੰਬਰ ਦੇ ਆਏ ਤੇ ਫਰਵਰੀ ਤੱਕ ਇੱਥੇ ਰਹੇ। ਜਥੇਦਾਰ ਸਰਦਾਰ ਕੁਲਵੰਤ ਸਿੰਘ ਨਵਾਦਾ ਜੋ 28 ਤਰੀਕ ਨੂੰ ਅਕਾਲ ਚਲਾਣਾ ਕਰ ਗਏ, ਉਹਨਾਂ ਦਾ ਭੋਗ 6 ਤਰੀਕ ਨੂੰ ਦਿਨ ਸ਼ੁੱਕਰਵਾਰ ਨੂੰ ਉਹਨਾਂ ਦੇ ਗ੍ਰਹਿ ਵਿਖੇ ਪਾਇਆ ਜਾਵੇਗਾ। ਬੜਾ ਵੱਡਾ ਯੋਗਦਾਨ ਉਹਨਾਂ ਦੇ ਪਰਿਵਾਰ ਵੱਲੋਂ ਅੱਜ ਮੈਨੂੰ ਮੈਸੇਜ ਆਇਆ ਸੀ ਕਿ ਸਾਡੇ ਬਾਪ ਦੀ ਆਖਰੀ ਇੱਛਾ ਇਹ ਸੀ ਕਿ ਸਿੰਘੂ ਬਾਰਡਰ ਤੇ ਕੋਈ ਵੀ ਬੁਲਾਰਾ ਬੋਲੇ ਇਹ ਗੱਲ ਜ਼ਰੂਰ ਕਹੇ ਕਿ ਦਾਸ ਨੇ ਹਿੱਸਾ ਪਾਇਆ। ਹਰ ਇਨਸਾਨ ਦੀ ਕੋਈ ਅੰਤਮ ਇੱਛਾ ਹੁੰਦੀ ਆ। ਬਹੁਤ ਵੱਡਾ ਯੋਗਦਾਨ ਸੀ ਉਹਨਾਂ ਦਾ। ਉਹਨਾਂ ਦੇ ਚਲੇ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਏ। ਉਹਨਾਂ ਦੇ ਸੁਪੁੱਤਰ ਮਾਸਟਰ ਦਲਵੀਰ ਸਿੰਘ ਜੀ ਨਵਾਦਾ, ਡਾਕਟਰ ਕਵਲਜੀਤ ਸਿੰਘ ਜੀ ਨਵਾਦਾ, ਟਾਈਮ ਦੀ ਘਾਟ ਹੈ, ਵਿਚਾਰਾਂ ਮੈਂ ਹੋਰ ਨਹੀਂ ਕਰਨੀਆਂ। ਮੈਂ ਇੰਨਾ ਹੀ ਕਹੂੰਗਾ ਕਿ ਗੁਰੂ ਸਾਹਿਬ ਉਹਨਾਂ ਨੂੰ ਆਪਣੇ ਚਰਨਾਂ ਨਾਲ ਨਿਵਾਸ ਬਖਸ਼ਣ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ, ਕਿਰਪਾ ਕਰਨ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੇ ਬੱਚਿਆਂ ਨੂੰ ਵੀ ਇਹੋ ਜਿਹੀ ਭੋਮਨਾ ਪਵੇ ਕਿ ਜਿਹੜੇ ਸੰਘਰਸ਼ ਵਿੱਚ ਵੱਧ ਚੜ ਕੇ ਹਿੱਸਾ ਲਿਆ ਕਰਨ। ਤੁਸੀਂ ਯੋਧੇ ਹੋ, ਸੰਘਰਸ਼ ਵਿੱਚ ਬੈਠੇ ਹੋ, ਪਰਵਾਹ ਨਾ ਕਰਿਆ ਕਰੋ ਜਿਹੜੇ ਪਿੰਡ ਵਿੱਚ ਬੈਠੇ ਆ। ਮੈਂ ਇੱਕ ਵਾਰੀ ਪਿੰਡ ਵਿੱਚੋਂ ਲੰਘਣ ਲੱਗਾ, ਉਹਨਾਂ ਕੋਲੇ ਪੈਲੀ ਵੀ ਕਾਫੀ ਸੀ ਤੇ ਮੁੰਡੇ ਦੇ ਮਗਰ ਮੋਟਰਸਾਈਕਲ ਤੇ ਲਿਖਿਆ ਸੀ ਨੋ ਫੂਡ ਨੋ ਫਾਰਮਰ। ਗੁੱਸਾ ਆ ਜਾਂਦਾ ਇਨਸਾਨ ਨੂੰ। ਮੈਂ ਅਗਲੇ ਬੰਨੇ ਮੋਟਰਸਾਈਕਲ ਲਾ ਕੇ ਘੇਰ ਲਿਆ। ਮੈਂ ਕਿਹਾ ਤੇਰੇ ਬਾਪ ਨੇ ਝੰਡਾ ਵੀ ਬੜਾ ਤਗੜਾ ਟਰੈਕਟਰ ਤੇ ਬੰਨਿਆ, ਤੂੰ ਮਗਰ ਨੋ ਫੂਡ ਨੋ ਫਾਰਮਰ ਲਿਖਿਆ। ਮੈਂ ਕਿਹਾ ਅੱਜ ਤੱਕ ਦਿੱਲੀ 'ਚ ਇੱਕ ਦਿਨ ਵੀ ਜਾ ਕੇ ਤੁਸੀਂ ਪਿਓ ਪੁੱਤਾਂ ਨੇ ਹਿੱਸਾ ਪਾਇਆ ਕਦੀ? ਕਹਿੰਦਾ ਯਾਰ ਅਸੀਂ ਨਹੀਂ ਜਾਂਦੇ ਤੇ ਗਰਾਹੀ ਦੇ ਦਿਓ। ਮੈਂ ਕਿਹਾ ਅਸੀਂ ਮੰਗਦੇ ਥੋੜੀ ਯਾਰ, ਤੇਥੋਂ ਮੰਗਦੇ ਫਿਰਦੇ ਆ। ਇਸ ਗੁਰੂ ਦਾ ਦਿੱਤਾ ਬਹੁਤ ਕੁਛ ਹੈ। ਲੋੜ ਹੈ ਜਰ ਜ਼ਮੀਨ ਦੇ ਨਾਲ ਸਾਡੀ ਜ਼ਮੀਰ ਦੀ ਵੀ। ਉਹ ਵੀ ਇੱਥੇ ਬੈਠੇ ਨੇ ਜਿਨ੍ਹਾਂ ਕੋਲ ਜ਼ਮੀਨ ਹੈ ਨਹੀਂ ਪਰ ਜ਼ਮੀਰ ਦੇ ਮਾਲਕ ਨੇ। ਤੁਸੀਂ ਵੱਡੀਆਂ ਜ਼ਮੀਰਾਂ ਵਾਲੇ ਜੇ। ਗੁਰੂ ਨੇ ਜਿੱਤ ਤੁਹਾਨੂੰ ਬਖਸ਼ਣੀ ਆ। ਤੁਹਾਡੇ ਸਿਦਕ ਦੀ ਪਰਖ ਲੈ ਰਿਹਾ ਗੁਰੂ। ਕਰੇ ਮੀਂਹ ਵਾਰ-ਵਾਰ ਤਾਂ ਹੀ ਆ ਰਿਹਾ। ਚੜ੍ਹਦੀ ਕਲਾ ਨਾਲ ਤੁਸੀਂ ਜਿੱਤੋਗੇ। ਬੜੀ ਸ਼ਾਨੋ ਸ਼ੌਕਤ ਨਾਲ ਜਿੱਤ ਕੇ ਤੁਸੀਂ ਜਾਓਗੇ। ਤੁਹਾਡਾ ਇਤਿਹਾਸ ਸੁਨਹਿਰੀ ਪੰਨਿਆਂ ਵਿੱਚ ਲਿਖਿਆ ਜਾਣਾ ਹੈ। ਸਟੇਟ ਸੈਕਟਰੀ ਸਾਹਿਬ ਦਾ ਆਰਡਰ ਹੋ ਗਿਆ ਹੈ, ਇੱਥੇ ਹੀ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਰਾਓ, ਇਸ ਦੇਸ਼ ਦੀ ਸਰਕਾਰ ਤੇ ਇਸ ਦੇਸ਼ ਦਾ ਮੀਡੀਆ ਕੁਝ ਦਿਨ ਪਹਿਲੇ ਇਹ ਗੱਲ ਕਹਿੰਦਾ ਸੀ ਭਈ ਇਹ ਅੰਦੋਲਨ ਜਿਹੜਾ ਸਿਰਫ ਪੰਜਾਬ ਤੇ ਹਰਿਆਣੇ ਦਾ ਤੇ ਯੂਪੀ ਦਾ ਰਹਿ ਗਿਆ। ਲੇਕਿਨ ਭਾਈ ਉਹਨਾਂ ਨੂੰ ਬੇਨਤੀ ਕਰਦੇ ਆ, ਉਹ ਸਰਕਾਰ ਨੂੰ ਤੇ ਉਸ ਮੀਡੀਆ ਨੂੰ ਵੀ ਆ ਕੇ ਇੱਥੇ ਦੇਖੋ। ਕਰਨਾਟਕਾ ਵਾਲੇ ਵੀ ਬੈਠੇ ਆ ਤੇ ਮੱਧ ਪ੍ਰਦੇਸ਼ ਵਾਲੇ ਵੀ ਬੈਠੇ ਆ ਜਿਹੜੇ ਸਟੇਜ ਤੇ ਪਹੁੰਚ ਚੁੱਕੇ ਆ ਤੇ ਆਪੋ ਆਪਣੀਆਂ ਸਟੇਟਾਂ ਦੇ ਵਿੱਚ ਬਾਕੀ ਸਟੇਟਾਂ ਦੇ ਲੋਕ ਜਿਹੜੇ ਆ ਉਹ ਆਪੇ ਆਪਣੇ ਇਸ ਮੋਰਚੇ ਨੂੰ ਕਾਮਯਾਬ ਬਣਾਉਣ ਵਿੱਚ ਲੱਗੇ ਹੋਏ ਆ। ਇਸ ਕਰਕੇ ਮੈਂ ਹੁਣ ਬੇਨਤੀ ਕਰਦਾ ਕਿ ਸ਼ਾਂਤਾ ਕੁਮਾਰ ਜੀ ਕਰਨਾਟਕਾ ਤੋਂ ਜਿਹੜੇ ਆਏ ਹੋਏ ਉਹ ਆਪਣੇ ਵਿਚਾਰ ਰੱਖਣ। ಆದರಣೀಯ ಎಲ್ಲ ರೈತಾಪಿ ಬಂಧುಗಳೇ, मेरे को लैंग्वेज प्रॉब्लम, इसलिए मेरा लैंग्वेज कन्नड़ा में बात करना। हमारा दोस्त देव कुमार जी के ट्रांसलेट करो। प्यारे किसान भाइयों और बहनों,
हम कर्नाटक से आपकी जो ये चिंता कर रही है, हड़ताल कर रही है, उसके सपोर्ट से हम बहुत दूर कर्नाटक से आए हैं और आप सभी को हम बधाई देते हैं कि इतने दिन तक आप ये काम चला रहे हैं। ನಾವು ಇಲ್ಲಿಂದ ಸುಮಾರು 2500 ಕಿಲೋಮೀಟರ್ ದೂರದಿಂದ ದಕ್ಷಿಣ ಭಾರತದಿಂದ ಬಂದಿದ್ದೇವೆ. ಆದರೆ ನಿಮ್ಮ ಹೋರಾಟವನ್ನು ಬೆಂಬಲಿಸಿ ಸೆಪ್ಟೆಂಬರ್ ತಿಂಗಳಿನಲ್ಲೂ ಕೂಡ ಕರ್ನಾಟಕದಲ್ಲಿ ಭಾರಿ ಭಾರಿ ಹೋರಾಟವನ್ನು ನಾವೆಲ್ಲ ಮಾಡಿದ್ದೇವೆ. ಸಂದರ್ಭಾನುಸಾರ ನಮ್ಮ ರಾಷ್ಟ್ರೀಯ ಕಿಸಾನ್ ಮಹಾಸಂಘದ ಏನು ಅಭಿಮನ್ಯು ಗೌರ ಅವರಿದ್ದಾರೆ, ಅವರು ನಮಗೆ ಮಾಹಿತಿಯನ್ನು ಕೊಡ್ತಾ ಇದ್ರು. ಆ ಅನುಸಾರವಾಗಿ ನಾವು ಕರ್ನಾಟಕ ರಾಜ್ಯಾದ್ಯಂತ ಪ್ರಬಲವಾದಂಥ ಹೋರಾಟವನ್ನು ನಿಮ್ಮ ಪರವಾಗಿ ಮಾಡಿದ್ದೇವೆ ಅನ್ನುವಂಥ ವಿಚಾರವನ್ನು ಹೇಳಲಿಕ್ಕೆ ನಾನು ಬಯಸ್ತೇನೆ. हम यहाँ से 2500 किलोमीटर से दूर आए हैं आपको बधाई लेने के लिए, आपको देखने के लिए आए। आपके काम के सहमत के लिए हम सितंबर महीने से हमारे कर्नाटक में संयुक्त किसान मोर्चा महासंघ वो उसके संबंध में हम सभी अभिमन्यु को हम कर्नाटक लोग आपके तरफ से एक बधाई देना चाहते हैं कि बार बार हर दिन हर रात हमारा अभिमन्यु को जी आपके जो नेता है ना, नव नेता है, वो बातें करता था, इधर क्या काम हो रहा था बता देते थे, उनके अनुसरण हम काम करते थे. इसलिए हम कर्नाटक से किसान के तरफ से हाँ हम किसान हाँ हम कर्नाटक के किसान के गन्ने के एसोसिएशन और कर्नाटक के किसान के तरफ से अभिमन्यु को एक माला और हम जो हरिया शाल पहना है ना, ये हमारे लिए किसान की चिन्ह है, किसान का ये है. इसी को हम अभिमन्यु को गौरव कर रहे हैं. वो अभिमन्यु को आके गौरव स्वीकार कर ले. आप सभी के तरफ से जो डयास पे है, सभी किसानों के तरफ से हम अभिमन्यु को आदरणीय गौरव कर रहे हैं. सब सभी किसान लोग करताड़न से इसका प्रोत्साहन करें. जिंदाबाद जिंदाबाद किसान जिंदाबाद जिंदाबाद संयुक्त किसान मोर्चा जिंदाबाद संयुक्त किसान मोर्चा संयुक्त किसान मोर्चा संयुक्त किसान मोर्चा ಕಬ್ಬು ಬೆಳೆಗಾರರ ಸಂಘಕ್ಕೆ ಜಯವಾಗಲಿ ಜಯವಾಗಲಿ. जय किसान जय किसान जय किसान जय जवान जय जवान जय जवान जय जवान जय जवान जय जवान. बस धन्यवाद आपके लिए. जिंदाबाद 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 जिंदाबाद. रद्द करो रद्द करो रद्द करो रद्द करो रद्द करो रद्द करो. मोदी सरकार मुर्दाबाद मोदी सरकार मुर्दाबाद मोदी सरकार मुर्दाबाद. काला कानून रद्द करो रद्द करो रद्द करो काला कानून रद्द करो रद्द करो रद्द करो. किसान एकता जिंदाबाद जिंदाबाद किसान एकता जिंदाबाद जिंदाबाद किसान एकता जिंदाबाद जिंदाबाद. धन्यवाद. ಆಯ್ತು ಆಯ್ತು ಹಾಂ ಸರಿ ಧನ್ಯವಾದ ಸಭೆ ಕೇಳಿ ಧನ್ಯವಾದ. ವೇದಿಕೆಯ ಮೇಲೆ ಉಪಸ್ಥಿತಿರುವ ಎಲ್ಲ ಗಣ್ಯರಿಗೆ ನಾವು ಮಾಲಾರ್ಪಣೆಯನ್ನು ಮಾಡಲಿಕ್ಕಾಗಲಿಲ್ಲ. ಆದರೆ ಎಲ್ಲರ ಪರವಾಗಿ 3-4 ಜನರಿಗೆ ನಮ್ಮ ಗೌರವವನ್ನು ಸಲ್ಲಿಸಿದ್ದೇವೆ. ಅವರ ಮೂಲಕ ಇಡೀ ಹೋರಾಟಕ್ಕೆ ಬಂದಿರತಕ್ಕಂಥ ಎಲ್ಲ ಜನರಿಗೂ ಈ ಗೌರವ ಸಲ್ತದೆ ಅನ್ನುವಂಥ ಮಾತನ್ನು ಹೇಳಲಿಕ್ಕೆ ನಾನು ಬಯಸ್ತೇನೆ. अफसोस की बात है कि हम जो डयास पे थे उन सभी किसानों को शाल और माला नहीं पहनाए. क्षमा कीजिए. इसीलिए
हम आपको क्षमा चाहते, आप सभी को ये इसमें जो भाग ले ना उनके धन्यवाद कहते। ನಾನು ಕೂಡ ಒಬ್ಬ ರೈತನ ಮಗ, ಈಗಲೂ ಕೂಡ ರೈತನಾಗಿ ವ್ಯವಸಾಯ ಮಾಡ್ತಾ ಇದ್ದೇನೆ. ಕಳೆದ 40 ವರ್ಷಗಳಿಂದ ಈ ರೈತ ಪರವಾದಂಥ ಹೋರಾಟದಲ್ಲಿ ನಾನು ಭಾಗಿಯಾಗಿದ್ದೇನೆ. ನಾನು ಯಾವುದೇ ರಾಜಕೀಯ ಪಕ್ಷದ ಗುಲಾಮ್ನೂ ಅಲ್ಲ, ರಾಜಕೀಯ ಪಕ್ಷದ ವಿರೋಧಿನೂ ಅಲ್ಲ. ಆದರೆ ನಾನು ರೈತಾಪಿ ಬಂಧುಗಳ ಪರವಾದಂಥ ನಿಷ್ಕಲ್ಮಶವಾದಂಥ ಕೆಲಸವನ್ನು ಮಾಡ್ತಾ ಇದ್ದೀನಿ ಅನ್ನುವಂಥ ವಿಚಾರವನ್ನು ಹೇಳಲಿಕ್ಕೆ ನಾನು ಬಯಸ್ತೇನೆ. मैं भी एक आपके तरह से किसान, मामूली किसान का बेटा हूँ. मैं अभी भी जिरात करता हूँ. वो उनसे जो खेतियों को, किसानों का जो समस्या है मैं अब खुद जानता हूँ. इसीलिए आपसे ये कहता हूँ कि मैं कोई राजकीय पक्ष से जुड़ा नहीं हूँ. सिर्फ किसानों के लिए भलाई, किसानों की समस्या के लिए 40 साल से लड़ते आ रहा हूँ. सभी किसान हमारा साथ दे रहे, कर्नाटक और भारत सब किसान हमारे साथ दे रहे. ನಾನು ಕೂಡ ನಿಮ್ಮ ಚಳವಳಿಯನ್ನು ಗಮನಿಸ್ತಾ ಇದ್ದೇನೆ. ಸರ್ಕಾರ ಈ ಚಳವಳಿಯನ್ನು ಹತ್ತಿಕ್ಕಲಿಕ್ಕೆ ಭಾರಿ ಪ್ರಯತ್ನವನ್ನು ಮಾಡ್ತಾ ಇದೆ. ಆದರೆ ನಾವೆಲ್ಲ ಚಳವಳಿಯ ಮುಂದಿನ ಕಾಲನ್ನು ಇಟ್ಟಿದ್ದೇವೆ. ಹಿಂದೆ ಹೋಗುವಂಥ ಪ್ರಶ್ನೆನೇ ಇಲ್ಲ. ಮಾಡು ಇಲ್ಲವೇ ಮಡಿ ಆಗಬೇಕಾದದ್ದು ನಮ್ಮೆಲ್ಲರ ಕರ್ತವ್ಯ. ರೈತರು ಉಳಿಬೇಕಾದ್ರೆ, ದೇಶದ ಆಹಾರ ಸಿಗಬೇಕಾದ್ರೆ ಸರ್ಕಾರ ರೈತರ ಮಾತಿಗೆ ಮಣೆಯನ್ನು ಹಾಕಬೇಕು. ಅಲ್ಲಿ ತನಕ ನಮ್ಮ ಹೋರಾಟ ನಿಲ್ಲೇಬಾರದು ಅನ್ನುವಂಥ ಅಚಲ ನಿರ್ಧಾರವನ್ನು ನಾವೆಲ್ಲ ಕೈಗೊಳ್ಳಬೇಕಾಗಿದೆ. हमें ये तय कर लिया कि करो या मरो, करो या मरो. यही देश है. हम ये किसान लोगों के लिए हम उतनी दूर हमारे किसान संगठन से किसानों के भलाई के लिए काम करें. जो सरकारें, यही नई सरकार आएंगे, किसान को जो बोलेंगे कुछ, जो दिखाएंगे कुछ, हाथी की दांत दिखाने की और खाने की और ऐसे कर रहे, उनको हम नहीं मानना है. किसानों की भलाई के लिए हम जिंदगी जुड़ा कर सकते हैं. ನೋಡಿ, ಇದು ಒಂದು ಐತಿಹಾಸಿಕವಾದಂಥ ಹೋರಾಟ ಆಗಿದೆ. ಸ್ವತಂತ್ರ ಪೂರ್ವದಲ್ಲೂ ಕೂಡ ಈ ರೀತಿಯ ರೈತರ ಸಂಘಟನೆ ಪ್ರಬಲ ಶಕ್ತಿಯಾಗಿ ಎಲ್ಲ ಒಂದು ವೇದಿಕೆಯಲ್ಲಿ ಹೋರಾಟ ಮಾಡ್ತಕ್ಕಂಥದ್ದು ನಿಜವಾಗ್ಲೂ ಕೂಡ ದೇಶದ ಎಲ್ಲ ಸರ್ಕಾರಗಳಿಗೂ ನಡುಕವನ್ನು ಉಂಟು ಮಾಡಿದೆ. ಕೇಂದ್ರ ಸರ್ಕಾರ ಇರ್ಬೋದು, ರಾಜ್ಯ ಸರ್ಕಾರ ಇರ್ಬೋದು, ಎಲ್ಲರಿಗೂ ಕೂಡ ಇವತ್ತಿನ ದಿನ ಭಯದ ವಾತಾವರಣವನ್ನು ಸೃಷ್ಟಿ ಮಾಡಿದೆ. ರೈತರು ಹೋರಾಟಕ್ಕೆ ಇಳಿದರೆ ಯಾವುದೇ ಶಕ್ತಿಯನ್ನು ಕೂಡ ದಮನ ಮಾಡ್ಬೋದು ಅನ್ನುವಂಥ ಎಚ್ಚರಿಕೆಯನ್ನು ನೀವೆಲ್ಲ ಕಳೆದ 200 ದಿನಗಳಿಂದ ಸರ್ಕಾರಕ್ಕೆ ಕೊಡ್ತಾ ಬರ್ತಾ ಇದ್ದೀರಿ. ಅದಕ್ಕಾಗಿ ಇಡೀ ದೇಶದ ರೈತರು ನಿಮ್ಮ ಪರವಾಗಿ ನಾವಿದ್ದೇವೆ ಅನ್ನುವಂಥ ವಿಚಾರವನ್ನು ಹೇಳಲಿಕ್ಕೆ ನಾನು ಬಯಸ್ತೇನೆ. आपसे ये विनती करते कि हम आप जो 200 दिन से काम कर रहे हैं ना, इसी के लिए बधाई देते हुए, जो आज़ादी की लड़ाई में भी कोई इतना नहीं हुआ, इतना आदमी, इतना जवान, इतने किसान नहीं इकट्ठा हुए थे. ये बार जो किसानों के लिए समस्या हो गई, ये बार सारे हिंदुस्तान के हर किसान जो 80% पे है ना, वो सभी किसान इसको विरोध करके ये कर रहे. इसीलिए हम सीरा पूरा भारत के किसानों की तरफ से आपको बधाई कर रहे हैं, आपको धन्यवाद दे रहे कि 200 दिन से आप इधर मिलके, इधर बैठ के किसानों की भलाई के लिए सोच रहे. ಸರ್ಕಾರ ನಮ್ಮೆಲ್ಲ ರೈತರ ಹೋರಾಟವನ್ನು ದಿಕ್ತಪ್ಪಿಸಲಿಕ್ಕೆ ಮತ್ತು ಒಡೆದಾಡುವ ನೀತಿಯನ್ನು ಉಂಟು ಮಾಡಲಿಕ್ಕೆ, ದಕ್ಷಿಣ ಭಾರತಕ್ಕೆ ರೈತರಿಗೆ ಯಾವುದೇ ತೊಂದರೆ ಆಗೋದಿಲ್ಲ, ಕಾನೂನು ರೈತರ ಪರವಾಗಿದೆ, ಕೇವಲ ಪಂಜಾಬ್ ಹರಿಯಾಣದ ರೈತರಿಗೆ ಮಾತ್ರ ಈ ಕಾನೂನು ತೊಂದರೆ ಆಗ್ತದೆ ಅಂತ ಹೇಳಿ ಹೋರಾಟ ಮಾಡ್ತಾ ಇದ್ದಾರೆ. ಇಡೀ ದೇಶದ ರೈತರೆಲ್ಲ ಸುಮ್ಮನೆ ಇದ್ದಾರೆ ಅನ್ನುವಂಥ ಭಾವನೆಯನ್ನು ಬಿತ್ತಲಿಕ್ಕೆ ಪ್ರಯತ್ನ ಮಾಡ್ತು. ಆದರೂ ನಾವು ಯಾರೂ ಸೊಪ್ಪಾಗಲಿಲ್ಲ. ದಕ್ಷಿಣ ಭಾರತದಲ್ಲಿ ಕೇರಳ, ತಮಿಳುನಾಡು, ಕರ್ನಾಟಕ, ಆಂಧ್ರ ಎಲ್ಲ ರಾಜ್ಯಗಳಲ್ಲೂ ಕೂಡ ನಿಮ್ಮ ಜೊತೆ ನಾವು ನಿಂತಿದ್ದೇವೆ ಅನ್ನುವಂಥ ವಿಚಾರವನ್ನು ಸಾರಿ ಸಾರಿ ಹೇಳಲಿಕ್ಕೆ ನಾವು ಸಿದ್ಧ ಇದ್ದೇವೆ. ಸರ್ಕಾರ ये ऐसा काम कर रहे, नमक हराम काम कर रहे कि ये जो किसान लड़ रहे हैं, ये पंजाब हरियाणा किसानों की भलाई हो रहा है. जो साउथ के है, कर्नाटका, आंध्रा, तेलंगाना, केरला और तमिलनाडु को किसानों को कुछ नहीं होगा. वो तुम हमें अच्छा कर रहे हैं ऐसे बोल के
हम ना ये कर रहे डिवाइड कर रहे, लेकिन हम जो साउथ के लोग उनके सरकारों के बात को नहीं सुना। हमने तो इकट्ठा होकर जो साउथ के लोग हैं हम आपको बेमदद कर रहे हैं, हमको सपोर्ट कर रहे हैं, कोई भी चिंता नहीं कर। हम हर जो ये कितने दिन तक चलेगा हम आपके साथ देंगे, आपके भलाई के लिए सोचेंगे, कभी भी हम पीछे नहीं हटेंगे, ये हम ಭಾಷಾ देते हैं। ನಾವು ನಮ್ಮ ಹೋರಾಟದಲ್ಲಿ ಭಾಗಿಗಳಾಗಿರ್ತಕ್ಕಂಥ 500ಕ್ಕೂ ಹೆಚ್ಚು ಜನ ರೈತರನ್ನು ಕಳ್ಕೊಂಡಿದ್ದೇವೆ. ಆದರೂ ಕೂಡ ನಿಮ್ಮ ಹೋರಾಟ ನಮ್ಮ ಭಾಗದಲ್ಲಿ ರೈತರಿಗೆ ಒಂದು ನೈತಿಕ ಶಕ್ತಿಯನ್ನು ಉಂಟು ಮಾಡಿದೆ. ಯಾಕೆ ಅಂತ ಹೇಳಿದ್ರೆ 500 ಜನ ರೈತರು ತಮ್ಮ ಪ್ರಾಣವನ್ನು ತ್ಯಾಗ ಮಾಡಿ ಈ ಹೋರಾಟ ಮಾಡ್ತಾ ಇದ್ದಾರೆ ಅಂತ ಹೇಳಿದ್ರೆ ನಿಜವಾಗ್ಲೂ ಕೂಡ ರೈತರಿಗೆ ಅನ್ಯಾಯ ಆಗ್ತಾ ಇದೆ, ಈ ಸರ್ಕಾರದ ವಿರುದ್ಧ ನಾವು ನಿಲ್ಲಬೇಕು ಅನ್ನುವಂಥ ಛಲ ದಿನೇ ದಿನೇ ಹುಡ್ತಾ ಇದೆ. ये किसानों की लड़ाई में 500 के ज़्यादा किसान लोग मर गए, रिकॉर्ड है। इसीलिए कोई भी डरना नहीं। सरकार वाले हमने डराने के लिए कुछ अलग अलग बातें करते हैं, वो फिगर नहीं है, इतने किसान नहीं मरा है, ऐसे ऐसे बोल के हम ना ये कर रहे, लेकिन हम पीछे नहीं हटेंगे, हम आपके साथ रहेंगे, कभी भी आपको नहीं छोड़ेंगे। ಸುಪ್ರೀಂ ಕೋರ್ಟ್ನಲ್ಲಿ ಈ ಒಂದು ವಿಚಾರದಲ್ಲಿ ತನಿಖೆ ಆದಾಗ ಒಂದು ಆದೇಶವನ್ನು ಹೊರಡುತ್ತದೆ, ಆಗ ಒಂದು ಸಮಿತಿಯನ್ನು ಆರಂಭ ಮಾಡ್ತದೆ ಈ ಬಗ್ಗೆ ಚರ್ಚೆ ಮಾಡಲಿಕ್ಕೆ, ಈ ಬಗ್ಗೆ ವಿಚಾರ ವಿನಿಮಯ ಮಾಡಲಿಕ್ಕೆ. ಆವತ್ತು ನಾನು ಸುಪ್ರೀಂ ಕೋರ್ಟಿನ ಸಮಿತಿ ಮಾಡಿರ್ತಕ್ಕಂಥದ್ದು ಸರ್ಕಾರದ ಪರವಾಗಿದೆ, ರೈತರ ಪರವಾಗಿಲ್ಲ, ಸಮಿತಿ ಕೂಡ ರೈತರಿಗೆ ಅನ್ಯಾಯ ಮಾಡ್ತದೆ ಅನ್ನುವಂಥ ರಿಯಾಕ್ಷನ್ನ ಇಡೀ ಮೊಟ್ಟ ಮೊದಲನೇ ಬಾರಿಗೆ ಕೊಟ್ಟಂಥ ವ್ಯಕ್ತಿಗಳಲ್ಲಿ ನಾನು ಒಬ್ಬ ಅನ್ನುವಂಥ ಮಾತನ್ನು ಹೇಳಲಿಕ್ಕೆ ಬಯಸ್ತೇನೆ. सुप्रीम कोर्ट में ये जो विषय चर्चा पे आई है, वो चर्चा में हमने वो चर्चा का विरोध किया, क्योंकि ये सरकार उनके हमने खिलाफ है, ये समिति को हम ना कबूल नहीं है। वो बोलने वाले में हम भी एक है, हम आपके साथ में थे। ನಾವು ಕೂಡ ಕರ್ನಾಟಕದಲ್ಲಿ ಕಳೆದ ಒಂದು 10 ತಿಂಗಳಿಂದಲೂ ಕೂಡ ನಿಮ್ಮ ಜೊತೆ ಹೋರಾಟವನ್ನು ಮಾಡ್ತಾ ಇದ್ದೇವೆ. ಕರ್ನಾಟಕ ರಾಜ್ಯದ ಬಂದ್ ಮಾಡಿದ್ದೇವೆ 2 ಸಾರಿ. ಕರ್ನಾಟಕ ರಾಜ್ಯದ ಹಳ್ಳಿಗಳಲ್ಲಿ ರಸ್ತೆಯನ್ನು ಬಂದ್ ಮಾಡಿದ್ದೇವೆ. ಕರ್ನಾಟಕ ರಾಜ್ಯದ ಹಳ್ಳಿಗಳಲ್ಲಿ ಹಲವಾರು ರೀತಿಯ ಹೋರಾಟಗಳನ್ನು ಮಾಡಿದ್ದೇವೆ. ಸರ್ಕಾರಕ್ಕೆ ಬಿಸಿಯನ್ನು ಮುಟ್ಟಿಸಿದ್ದೇವೆ, ಸರ್ಕಾರಕ್ಕೆ ಎಚ್ಚರಿಕೆಯನ್ನು ಕೊಟ್ಟಿದ್ದೇವೆ. ಎಲ್ಲ ರೀತಿಯ ಚಳವಳಿಗಳನ್ನು ಕರ್ನಾಟಕ ರಾಜ್ಯದ ಸಂಯುಕ್ತ ಕಿಸಾನ್ ಮೋರ್ಚಾ ವತಿಯಿಂದ ನಾವು ಮಾಡಿ ನಿಮಗೆ ಸಂಪೂರ್ಣವಾದಂಥ ಬೆಂಬಲವನ್ನು ನೀಡ್ತಾ ಇದ್ದೀವಿ, ಮುಂದಿನ ದಿನಗಳಲ್ಲೂ ಕೂಡ ನೀಡ್ತೇವೆ ಅನ್ನುವಂಥ ಮಾತನ್ನು ಹೇಳಲಿಕ್ಕೆ ನಾನು ಬಯಸ್ತೇನೆ. हम जो किसान साउथ के हैं, गांव के सभी गांव के किसान लोग, आप जो नारा लगाए थे उनको हम सपोर्ट करते थे। आप जो बंद करने के लिए कहते थे, रास्ता रोको, रास्ता बंद, सभी बंद, वो बंद पे से हम आपको साथ दिया, हम कभी भी पीछे नहीं थे। सारे कर्नाटक के किसान आपके साथ है, आपको बल दे रहे। कभी भी ये संगठन का काम, ये प्रतिभटन कब तक चलेगा, हम आपको साथ देंगे, ऐसा है। ನಾವು ಕೂಡ ಕರ್ನಾಟಕದ ವತಿಯಿಂದ ಈ ದೆಹಲಿನಲ್ಲಿ ಹೋರಾಟ ಮಾಡ್ತಕ್ಕಂಥ ಎಲ್ಲ ಮುಖಂಡರನ್ನು, ಶಿವಕುಮಾರ್ ಕಕ್ಕಾಜಿ ಅವರು ಮತ್ತು ರಾಕೇಶ್ ಟಿಕಾಯಿತ್ ಅವರು ಮತ್ತು ದರ್ಶನ್ ಪಾಲ್ ಅವರು ಮತ್ತಿತರ ಕೆಲವು ಮುಖಂಡರನ್ನು ಕರೆದು ಕರ್ನಾಟಕದ ಬೇರೆ ಬೇರೆ ಭಾಗದಲ್ಲಿ ದೊಡ್ಡ ದೊಡ್ಡ ರೈತರ ಸಮಾವೇಶಗಳನ್ನು ಮಾಡಿ ಅವರ ಮೂಲಕ ನಮ್ಮ ಬೆಂಬಲವನ್ನು ಕೊಡ್ತಾ ಇದ್ದೇವೆ ಎನ್ನುವಂಥ ವಿಚಾರವನ್ನು ಕೂಡ ನಿಮ್ಮ ಮುಖಂಡರ ಗಮನಕ್ಕೆ ನಾವು ಸೆಳೆದಿದ್ದೇವೆ ಎನ್ನುವಂಥ ಮಾತನ್ನು ಕೂಡ ಹೇಳಲಿಕ್ಕೆ ಬಯಸ್ತೇನೆ. हम आपके जो किसान नेता है दर्शन पाल जी, शिव कुमार कक्का जी, राकेश टिंगायत, दर्शन पाल, अभिमन्यु को, ऐसे नेताओं को हम हमारे गांव को, ब्लॉक को, उनको उनके अभिप्राय, उनका विचार हमारे किसानों को दे रहे, हम उनके साथ ले रहे हैं। ನಾನು ಕೂಡ ಇನ್ನೂ ಭಾಳಷ್ಟು ವಿಚಾರಗಳನ್ನ ನಾನು ಮಾತಾಡ್ಬೋದು, ಆದರೆ ಭಾಷೆ ಸಮಸ್ಯೆ ಇರೋದ್ರಿಂದ ನಾನು ಎಷ್ಟು ಮಾತಾಡಿದ್ರು ಕೂಡ ನಿಮಗೆ ಸರಿಯಾಗಿ ಅದು ಅರ್ಥ ಆಗಲಿಕ್ಕೆ ಇಲ್ಲ ಅಂತ ನಾನು ತಿಳ್ಕೊಂಡಿದ್ದೀನಿ. ಆ ಒಂದು ಕಾರಣದಿಂದ ಹೆಚ್ಚು ಮಾತಾಡಲಿಕ್ಕೆ ಹೋಗಲ್ಲ. ನಿಮ್ಮ ಮುಂದಿನ ಎಲ್ಲ ಹೋರಾಟದಲ್ಲಿ ನಾವು ಕೂಡ ಸಕ್ರಿಯವಾಗಿ ಸಂಪೂರ್ಣವಾದಂಥ ಸಹಕಾರವನ್ನು ಕೊಡ್ತೇವೆ. ನೀವು ಯಾರೂ ಎದೆಗುಂದಬಾರದು. ನಿಮ್ಮ ಹೋರಾಟಕ್ಕೆ ಇಡೀ ದಕ್ಷಿಣ ಭಾರತದ ಎಲ್ಲ ರಾಜ್ಯಗಳು ಕಂಕಣಬದ್ಧರಾಗಿ ನಿಮ್ಮ ಜೊತೆ ನಿಲ್ತೇವೆ ಅನ್ನುವಂಥ ಮಾತನ್ನು ಹೇಳಲಿಕ್ಕೆ ಬಯಸ್ತೇನೆ. हम आपसे विनती करते हैं कि
हमारे लिए ये हिंदी भाषा हमारे लिए थोड़ा हम ना फ्री मुफ्त बोल नहीं सकते, इसलिए अब बहुत विचार है हम बोलने के लिए। हम ये ट्रांसलेट करेंगे तो भाषांतर करेंगे तो वो नहीं आएगा, इसलिए मैं आप सबको संगठन के तरफ से हम कभी भी आपके साथ रहेंगे, आपके साथ कभी भी नहीं छोड़ेंगे, ऐसा बोल के ಈ ಎಲ್ಲ ವಿಚಾರಗಳನ್ನು ನಿಮ್ಮ ಮುಂದೆ ಇಟ್ಟು ನಾವು ಕೂಡ ಹೆಚ್ಚು ಜನರ ಸಾವಿರಾರು ಸಂಖ್ಯೆಯಲ್ಲಿ ಬರಬೇಕು ಅನ್ನುವಂಥ ಆಸೆ ಇತ್ತು. ಆದರೆ ನಮ್ಮಲ್ಲೂ ಕೂಡ ಕೊರೋನಾ ಸಮಸ್ಯೆಯಿಂದ ತುಂಬ ಸಮಸ್ಯೆಗಳಾಗಿದೆ. ಆದರೂ ಕೂಡ ನಾವೆಲ್ಲ ಮುಂದಿನ ದಿನಗಳಲ್ಲಿ ಹೆಚ್ಚಿನ ಸಂಖ್ಯೆಯಲ್ಲಿ ಬಂದು ನಿಮ್ಮ ಜೊತೆ ಸೇರ್ತೇವೆ. ಮತ್ತು ನಮಗೆ ಅಲ್ಲಿಂದ ಬರಲಿಕ್ಕೂ ಕೂಡ ಹೆಚ್ಚು ರೈಲುಗಳು ಇರೋದಿಲ್ಲ, ಕೇವಲ ಕೆಲವೇ ರೈಲುಗಳನ್ನು ಬಿಟ್ಟಿದ್ದಾರೆ. ಹೆಚ್ಚು ಜನ ಬರಲಿಕ್ಕೆ ಆಗ್ತಾ ಇಲ್ಲ. ಮತ್ತು ರೈತರೆಲ್ಲ ಈ ವಿಮಾನದಲ್ಲಿ ಕೂಡ ಬರಲಿಕ್ಕೆ ಆಗೋದಿಲ್ಲ. ಅಷ್ಟು ದುಡ್ಡನ್ನು ನಮ್ಮಲ್ಲಿ ಸಣ್ಣ ರೈತರಿದ್ದಾರೆ, ಅಷ್ಟು ದುಡ್ಡನ್ನು ಬರೆಸ್ಕೊಂಡು ಬರಲಿಕ್ಕೆ ಕಷ್ಟ ಆಗ್ತದೆ. ಆದರೂ ಕೂಡ ಮುಂದಿನ ದಿನಗಳಲ್ಲಿ ಸಾವಿರಾರು ಸಂಖ್ಯೆ ರೈತರು ಬರಲಿಕ್ಕೆ ನಾವು ಪ್ರಯತ್ನವನ್ನು ಮಾಡ್ತೇವೆ, ನಿಮ್ಮ ಜೊತೆ ನಿಲ್ತೇವೆ ಅನ್ನುವಂಥ ಮಾತನ್ನು ಹೇಳಿ ಈ ಸಂದರ್ಭದಲ್ಲಿ ನನಗೆ ತಮ್ಮೆಲ್ಲರನ್ನು ಕೂತು ಮಾತಾಡಲಿಕ್ಕೆ ಅವಕಾಶ ಕೊಟ್ಟಂಥ ಸಂಯುಕ್ತ ಕಿಸಾನ್ ಮೋರ್ಚಾದ ಎಲ್ಲ ಮುಖಂಡರಿಗೆ ಹೃದಯಪೂರ್ವಕವಾದಂಥ ಧನ್ಯವಾದಗಳನ್ನು ತಿಳಿಸಿ ನನ್ನ ಮಾತನ್ನು ಮುಗಿಸ್ತೇನೆ. हमारे इरादे था कि हम हज़ारों संख्या में यहाँ पहुँचे, हमारे आपके साथ बात करें, क्योंकि ये कोरोना कोविड का एक समस्या है. रेलगाड़ी नहीं चली, हवाई जहाज भी लिमिटेड था, हम हवाई जहाज में हम आम किसान नहीं आ सकते थे. अगले दिनों में जब गाड़ी ज़्यादा होंगी, वो रेलगाड़ी और हम कितने हो सके वो आपके साथ आके हम आपके साथ देंगे. आपके लिए आप जो हमारे बात सुने, हमारे संगठन के बात सुने, हम जो कुछ भी सोचो, हम आपके कर्नाटक के किसान संयुक्त किसान मोर्चा के साथ कभी भी रहेगा. हम जब तक आप लड़ेंगे उस लड़ाई में हम भाग लेंगे, ऐसा बोल के हम आपको प्रणाम करते हैं. किसान मोर्चा जिंदाबाद, किसान मोर्चा जिंदाबाद, किसान मोर्चा जिंदाबाद. जय जवान, जय किसान, जय जवान, जय किसान, जय जवान, जय किसान, जय जवान. जय किसान. किसान मोर्चा जिंदाबाद, किसान मोर्चा जिंदाबाद, किसान मोर्चा जिंदाबाद. के शांता कुमार जी, थैंक यू आपका और आपके साथ आई हुई सारी टीम का धन्यवाद इस मोर्चे की तरफ से किया जाता है. और मैं सारी संगत को ये दस देना चाहना है भाई ये कर्नाटका दी जो जथेबंदी आ, ये जो संयुक्त मोर्चा इथों काल दिंदा, ये ਉਹਦੇ ਮੁਤਾਬਕ ही सारे काम करते आ. इस करके इन्हां दा बहुत वड्डा उत्थे संयोग आ.